अनेक विधि समझावो, हम अज्ञान अल्प मत थोरी। हम अज्ञान अल्प मत थोरी। तुम आपन विरद रखावो, परतख दे पार ब्रह्म स्वामी। आद रूप पोखण भरण, सतगुर गुर सेव अलख गत जाकी। श्री रामदास तारण तरण, श्री रामदास तारण तरण। सो कहो टल गुर सेवियै अनस सहज सुभाए। दर्शन परसे गुरु के, जन्म मरण दुख जाए। सतनाम श्री वाहिगुरु साहिब जी। वडहंस महला तीजा। ए मन मेरेया आवा गौण संसार है। अंत सच नबेड़ा राम। आपे सच्चा बख्श लय, फिर होए ना फेरा राम। ए मन मेरेया आवा गौण संसार है। अंत सच नबेड़ा राम। आपे सच्चा बख्श लाए, फिर होए ना फेरा राम। फिर होए ना फेरा अंत सच नबेड़ा। गुरमुख मिलै वਡयाई। साचै रंग राते सहजे माते। सहजे रहे समाई। सच्चा मन भाया सच वसाया। शब्द रते अंत नबेरा। नानक नाम रते से सच समाणे। बहुर ना भव जल फेरा। सच्चा मन भाया सच वसाया। शब्द रते अंत नबेरा। नानक नाम रते सच पाया। नानक नाम रते से सच समाणे। बहुर ना भव जल फेरा। वाहिगुरु जी का खालसा, वाहिगुरु जी की फतेह। परम सन्मान योग जुगो जुग टल चवर छत्र तखत दे मालिक
ਦਇਆ ਸਿੰਧ ਕਿਰਪਾ ਨਿਧ ਗੁਰ ਤਾ ਗੱਦੀ ਤੇ ਵਿਰਾਜਮਾਨ ਸਤਿਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵਤਰ ਮਾਈ ਭਾਈ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਜਿਨ੍ਹਾਂ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਨੇਰੀ ਨਜ਼ਰ ਕਰਕੇ ਸਤ ਸੰਗਤ ਦੀਆਂ ਅਮੋਲਕ ਘੜੀਆਂ ਬਖਸ਼ਿਸ਼ ਕਰਕੇ ਨਿਵਾਜਿਆ ਹੈ। ਬਿਨ ਭਾਗਾਂ ਸਤ ਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਸਤ ਸੰਗਤ ਨੂੰ ਬਹੁਤ ਵੱਡੀ ਮਹਾਨਤਾ ਦਿੱਤੀ ਹੈ ਗੁਰਮਤਿ ਦੇ ਅੰਦਰ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਦਾ ਕੋਟਾਨ ਕੋਟ ਸ਼ੁਕਰਾਨਾ ਹੈ, ਜੋ ਆਪਾਂ ਸਾਰਿਆਂ ਨੂੰ ਪਾਤਸ਼ਾਹ ਜੀ ਨੇ ਆਪਣੇ ਪਾਵਨ ਸਥਾਨਾਂ ਦੇ ਦਰਸ਼ਨ ਇਸ਼ਨਾਨ ਬਖਸ਼ਿਸ਼ ਕੀਤੇ ਹਨ। ਅੰਮ੍ਰਿਤ ਵੇਲੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਤੋਂ ਮੁੱਖ ਵਾਕ ਦੀ ਬਖਸ਼ਿਸ਼ ਕੀਤੀ ਹੈ। ਅੱਜ ਦਾ ਪਾਵਨ ਮੁੱਖ ਵਾਕ ਹੁਕਮਨਾਮਾ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਉਚਾਰਨ ਕੀਤਾ ਹੋਇਆ ਵਡਹੰਸ ਰਾਗ ਦੇ ਅੰਦਰ 571 ਅਤੇ 72 ਉੱਤੇ ਪਾਵਨ ਸ਼ਬਦ ਸੁਭਾਏਮਾਨ ਹੈ। 4 ਵੱਡੇ ਪਦਿਆਂ ਦਾ ਇਹ ਸ਼ਬਦ ਹੈ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਜਿੱਥੇ ਸੰਸਾਰ ਦੀ ਅਸਲੀਅਤ ਤੋਂ ਸਾਨੂੰ ਵਾਕਿਫ ਕਰਾ ਰਹੇ ਹਨ, ਉੱਥੇ ਨਾਲ ਇਹ ਵੀ ਉਪਦੇਸ਼ ਦੇ ਰਹੇ ਨੇ, ਭਾਈ ਅੰਤ ਤੇਰਾ ਨਵੇੜਾ ਕਿਵੇਂ ਹੋਣਾ ਹੈ। ਹੇ ਭਾਈ, ਅੰਤ ਤੇਰਾ ਜਨਮ ਸਫਲ ਕਿਵੇਂ ਹੋਣਾ ਹੈ। ਇਸ ਧਰਤੀ ਉੱਤੇ ਕਿਵੇਂ ਜਨਮ ਸਫਲ ਹੁੰਦਾ ਹੈ, ਇਹ ਵੀ ਸਤਿਗੁਰੂ ਜੀ ਅੱਜ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਆਪਾਂ ਸਤਿਗੁਰੂ ਜੀ ਦੇ ਪਾਵਨ ਉਪਦੇਸ਼ ਨਾਲ ਜੁੜਨਾ ਹੈ। ਸਭ ਤੋਂ ਪਹਿਲਾਂ ਸ਼ੁਕਰਾਨਾ ਕਰੀਏ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ, ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਾਂ ਨੂੰ ਸਾਧ ਸੰਗਤ ਬਖਸ਼ਿਸ਼ ਕੀਤੀ ਹੈ। ਸਤ ਸੰਗਤ ਦੀ ਇੰਨੀ ਵੱਡੀ ਮਹਾਨਤਾ ਹੈ। ਭਵਜਲ ਸਾਗਰ ਤੋਂ ਪਾਰ ਲੰਘਣ ਦਾ ਵਾਹਿਦ ਇੱਕੋ ਇੱਕ ਸੌਖਾ ਤਰੀਕਾ ਹੈ। ਸਤ ਸੰਗਤ ਵਿੱਚ ਜੁੜ ਕੇ ਜੇ ਕੋਈ ਜਪਣ ਲੱਗ ਜਾਏ ਸਤਨਾਮ ਸ੍ਰੀ ਵਾਹਿਗੁਰੂ। ਵਾਰ-ਵਾਰ ਪਾਤਸ਼ਾਹ ਨੇ ਹੀ ਕਿਹਾ, ਹੈ ਭਾਈ ਜੇ ਮਨੁੱਖਾਂ ਦੇ ਸਫਲ ਕਰਨੀ ਹੈ, ਫਿਰ ਇਹ ਕੰਮ ਕਰਕੇ ਮਿਲ ਸਾਧ ਸੰਗਤ ਭਜ ਕੇਵਲ ਨਾਮ। ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੁਖ ਕੇ ਕਾਸ਼ਟ ਹਰਿਆ। ਇਹਨੂੰ ਮਹਾਰਾਜ ਕਹਿੰਦੇ ਕੋਟ ਅਪਰਾਧ ਸਾਧ ਸੰਗ ਮਿਟੈ, ਸੰਤ ਕਿਰਪਾ ਤੇ ਜਮ ਤੇ ਛੁਟੈ, ਜਾ ਕੇ ਮਸਤਕ ਕਰਮ ਪ੍ਰਭ ਪਾਏ, ਸਾਧ ਸ਼ਰਨ ਨਾਨਕ ਤੇ ਆਏ। ਇੱਕ ਪੂਰੇ ਸ਼ਬਦ ਵਿੱਚ ਅਸ਼ਟਪਦੀ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਧਰਮ ਦੇ ਸਾਰੇ ਕਰਮ ਗਿਣੇ। ਪੂਜਾ ਕਰਨੀ, ਪਾਠ ਕਰਨਾ, ਪੁੱਠੇ ਲਟਕ ਕੇ ਤਪ ਕਰਨਾ, ਭੁੱਖੇ ਰਹਿਣਾ, ਨੰਗੇ ਪੈਰੀ ਰਹਿਣਾ, ਤੀਰਥਾਂ ਦੀ ਯਾਤਰਾ ਕਰਨੀ, ਮੌਨ ਧਾਰਨ ਕਰਨਾ। ਇਸ ਤਰ੍ਹਾਂ ਦੇ ਸੰਨਿਆਸੀ ਸਾਧੂ ਸਾਧ ਸੰਗਤ ਜਿਨ੍ਹਾਂ ਨੂੰ ਕਈ ਸਾਲ ਹੋ ਗਏ ਮੌਨ ਧਾਰਨ ਕੀਤਾ ਹੋਇਆ, ਬੋਲਦੇ ਨਹੀਂ ਹੈ। ਸਾਲਾਂ ਦੇ ਸਾਲ ਗੁਜ਼ਰ ਗਏ, ਕੋਈ ਸੰਸਾਰੀ ਗੱਲ ਨਹੀਂ ਕੀਤੀ। ਕਈ ਚਾਲੀਸੇ ਉਹਨਾਂ ਨੇ ਭੁੱਖੇ ਰਹਿ ਕੇ ਤਪ ਕੀਤਾ। ਪਾਤਸ਼ਾਹ ਨੇ ਬਚਨ ਕਹੇ, ਭਾਈ ਸਾਰੇ ਧਰਮ ਦੇ ਕਰਮ ਨੇ, ਪਰ ਸਾਰੇ ਧਰਮ ਦੇ ਕਰਮਾਂ ਨਾਲੋਂ ਸ੍ਰੇਸ਼ਟ ਕਰਮ ਪਤਾ ਕਿਹੜਾ ਹੈ? ਜੇ ਕੋਈ ਸਾਧ ਸੰਗਤ ਵਿੱਚ ਬਹਿ ਕੇ ਰੱਬ ਦੀ ਕੀਰਤੀ ਕਰੇ, ਸਮਝੋ ਉਹਨੇ ਸਾਰੇ ਕਰਮਾਂ ਨਾਲ ਉੱਤਮ ਕਰਮ ਕਰ ਲਏ। ਹੁਣ ਜੇ ਸਵਾਲ ਕਰੀਏ, ਫਿਰ ਇਹ ਤਾਂ ਸਭ ਤੋਂ ਸੌਖਾ ਕੰਮ ਹੈ। ਨਾ ਆਪਾਂ ਭੁੱਖੇ ਰਹੇ, ਜਦੋਂ ਦੀ ਸਵੇਰ ਤੋਂ ਨੀਂਦ ਤੋਂ ਜਾਗ ਖੁੱਲ੍ਹੀ ਹੈ, ਕਿੰਨਾ ਕੁਝ ਤਾਂ ਆਪਾਂ ਛੱਕ ਕੇ ਆਏ ਹਾਂ। ਨਾ ਆਪਾਂ ਨੰਗੇ ਪੈਰੀ ਰਹੇ, ਨਾ ਮੌਨ ਧਾਰਨ ਕੀਤਾ, ਨਾ ਕੋਈ ਆਪਾਂ ਭੁੱਖੇ ਰਹੇ।
ਤਾਂ ਫਿਰ ਸਾਧ ਸੰਗਤ ਦਾ ਕਰਮ ਸਭ ਨਾਲੋਂ ਸ੍ਰੇਸ਼ਟ ਕਿਵੇਂ? ਇਹ ਸ਼ਬਦ ਤੁਸੀਂ ਪੜ੍ਹਦੇ ਰਹਿੰਦੇ ਹੋ, ਸ਼ੁਰੂ ਹੁੰਦੇ ਪਾਠ ਪੜ੍ਹਿਓ ਔਰ ਵੇਦ ਵਿਚਾਰਿਓ ਨਿਵਲ ਭੁਯੰਗਮ ਸਾਧੇ। ਇਹਦੇ ਵਿੱਚ ਅੱਗੇ ਆਇਆ ਮੋਨ ਭਇਓ ਕਰਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ ਤਟ ਤੀਰਥ ਸਭ ਧਰਤੀ ਭ੍ਰਮਿਓ ਦੁਬਦਾ ਛੁੱਟ ਕੇ ਨਾਹੀ। ਤੇ ਅਖੀਰਲਾ ਪਦਾ ਪਾਤਸ਼ਾਹ ਨੇ ਪਤਾ ਕੀ ਕਿਹਾ? ਕਹਿੰਦੇ ਸਭ ਨਾਲੋਂ ਸ੍ਰੇਸ਼ਟ ਕਰਮ ਹੈ ਭਾਈ ਹਰ ਕੀਰਤ ਸਾਧ ਸੰਗਤ ਹੈ। ਹਰ ਕੀਰਤ ਸਾਧ ਸੰਗਤ ਹੈ। ਸਿਰ ਕਰਮਨ ਕੇ ਕਰਮਾ ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਰ ਲੈਣਾ। ਕੋਈ ਪੂਰਬਲੇ ਭਾਗ ਚੰਗੇ ਤਾਂ ਸਤ ਸੰਗਤ ਪ੍ਰਾਪਤ ਹੁੰਦੀ। ਔਰ ਪਾਤਸ਼ਾਹ ਨੇ ਕਿਹਾ ਭਾਈ ਇਹ ਸਭ ਨਾਲੋਂ ਸ੍ਰੇਸ਼ਟ ਕਰਮ। ਕਿਵੇਂ ਸ੍ਰੇਸ਼ਟ ਕਰਮ ਹੈ? ਤੁਹਾਨੂੰ ਕੋਈ ਸਵਾਲ ਕਰੇ ਵੀ ਸਾਧ ਸੰਗਤ ਵਿੱਚ ਜੁੜ ਕੇ ਬਹਿਣਾ, ਕੀਰਤਨ ਕਥਾ ਸੁਣਨੀ, ਵਾਹਿਗੁਰੂ ਕਹਿਣਾ, ਤਾਂ ਭਾਈ ਇਹ ਸਭ ਨਾਲੋਂ ਸ੍ਰੇਸ਼ਟ ਕਰਮ ਕਿਵੇਂ ਹੋ ਗਿਆ? ਬਾਕੀ ਕਰਮ ਤਾਂ ਬਹੁਤ ਔਖੇ ਵੀ ਨੇ, ਕਠਨ ਤਪ ਹੈ, ਫਿਰ ਸਾਧ ਸੰਗਤ ਸਭ ਨਾਲੋਂ ਸ੍ਰੇਸ਼ਟ ਕਰਮ ਕਿਵੇਂ? ਇਹਦੇ ਵਿੱਚ ਸਾਧ ਸੰਗਤ ਕੰਮ ਘੱਟ ਕਰਨਾ ਪੈਂਦਾ, ਲਾਭ ਜ਼ਿਆਦਾ ਹੁੰਦਾ। ਕੰਮ ਘੱਟ ਹੈ, ਲਾਭ ਜ਼ਿਆਦਾ ਹੈ। ਇੱਕ ਵਾਰ ਪਹਿਲਾਂ ਆਖੋ ਸਤਨਾਮ ਸ੍ਰੀ ਵਾਹਿਗੁਰੂ, ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੁਸੀਂ ਕਹੋਗੇ ਕੰਮ ਘੱਟ ਕਰਨਾ ਪੈਂਦਾ, ਲਾਭ ਜ਼ਿਆਦਾ ਹੈ, ਇਸ ਲਈ ਇਹ ਸ੍ਰੇਸ਼ਟ ਕਰਮ ਹੈ। ਕਿਵੇਂ? ਇੱਕ ਆਮ ਬੰਦਾ ਸਾਰਾ ਦਿਨ ਦਿਹਾੜੀ ਲਾਉਂਦਾ, ਸਿਰ ਉੱਤੇ ਗਾਰਾ ਚੁੱਕਦਾ, ਸੀਮੈਂਟ ਚੁੱਕਦਾ, ਇੱਟਾਂ ਚੁੱਕਦਾ, ਪਸੀਨੇ ਵਿੱਚ ਉਹਦੇ ਕੱਪੜੇ ਭਿੱਜੇ ਰਹਿੰਦੇ ਨੇ, ਹੱਥ ਪੈਰ ਲਿਬੜੇ ਰਹਿੰਦੇ ਨੇ। ਸ਼ਾਮਾਂ ਨੂੰ ਪੈਸੇ ਕਿੰਨੇ ਮਿਲਦੇ ਨੇ? 500-700 ਰੁਪਈਆ। ਮਿਹਨਤ ਉਹਦੀ ਜ਼ਿਆਦਾ ਹੈ, ਪਰ ਭਾਈ ਪੈਸੇ ਉਹਦੇ ਥੋੜ੍ਹੇ ਨੇ। ਮਿਹਨਤ ਤਾਂ ਉਹਨੇ ਵੀ ਬਹੁਤ ਕੀਤੀ ਹੈ। ਕੋਈ ਕਹੇ ਜੀ ਮਿਹਨਤ ਤਾਂ ਜ਼ਿਆਦਾ ਦਿਹਾੜੀਦਾਰ ਦੀ ਹੈ, ਪਰ ਉਹਨੂੰ ਪੈਸੇ ਘੱਟ, ਲਾਭ ਘੱਟ ਹੋਇਆ। ਉਸ ਤੋਂ ਬਾਅਦ ਕੋਈ ਕਰਿਆਨੇ ਦੀ ਦੁਕਾਨ ਵਾਲਾ ਵੇਖੋ, ਉਹ ਦਿਹਾੜੀਦਾਰ ਨਾਲੋਂ ਵੱਧ ਪੈਸੇ ਕਮਾਉਂਦਾ। ਜੇ ਉਹਨੇ 500-700 ਰੁਪਈਆ ਕਮਾਇਆ ਤੇ ਦੁਕਾਨਦਾਰ ਕਰਿਆਨੇ ਵਾਲੇ ਨੂੰ ਪੁੱਛੋ, ਉਹ ਸ਼ਾਮਾਂ ਨੂੰ ਕਹਿੰਦਾ 7000 ਦੀ ਇਨਕਮ ਹੋ ਗਈ, ਮੈਨੂੰ ਖਰਚਾ ਕੱਢ ਕੇ 7000 ਬਚ ਗਏ। ਭਾਈ 10 ਗੁਣਾ ਵੱਧ ਉਹਨੂੰ ਲਾਭ ਹੋਇਆ। ਹੁਣ ਉਹ ਕਰਿਆਨੇ ਵਾਲੇ ਦੀ ਮਿਹਨਤ ਦਿਹਾੜੀ ਵਾਲੇ ਨਾਲੋਂ ਤਾਂ ਘੱਟ ਹੈ ਨਾ, ਪਰ ਫਿਰ ਵੀ ਉਹਦੀ ਮਿਹਨਤ ਵਿੱਚ ਇੱਕ ਹੈ, ਉਹਨੂੰ ਵਾਰ-ਵਾਰ ਆਪਣੀ ਕੁਰਸੀ ਤੋਂ ਉੱਠਣਾ ਪੈਂਦਾ, ਸੌਦੇ ਤੋਲਣੇ ਪੈਂਦੇ ਨੇ, ਹੱਥ ਲਾਉਣਾ ਪੈਂਦਾ ਸੌਦਿਆਂ ਨੂੰ। ਕਈ ਵਾਰ ਸ਼ਾਮਾਂ ਨੂੰ ਕਰਿਆਨੇ ਦੀ ਦੁਕਾਨ ਵਾਲੇ ਦੇ ਵੀ ਕੱਪੜੇ ਲਿਬੜੇ ਹੁੰਦੇ ਆ, ਉਹਨੇ ਸੌਦੇ ਤੋਲੇ ਨੇ, ਚੀਜ਼ਾਂ ਚੁੱਕੀਆਂ ਨੇ, ਧੂੜ ਮਿੱਟੀ ਪਈ ਹੈ, ਵਿੱਚੋਂ ਕੋਈ ਖੰਡ ਤੋਲ ਕੇ ਦਿੰਦਾ, ਆਟਾ ਚੁੱਕ ਕੇ ਦਿੰਦਾ। ਸ਼ਾਮਾਂ ਨੂੰ ਉਹਦੇ ਹੱਥ ਵੀ ਵੇਖਿਓ ਕਰਿਆਨੇ ਦੀ ਦੁਕਾਨ ਵਾਲੇ ਦੇ, ਉਹਦੇ ਹੱਥ ਵੀ ਜਾਂ ਕੱਪੜੇ ਥੋੜ੍ਹੇ ਲਿਬੜੇ ਹੁੰਦੇ ਨੇ। ਮਿਹਨਤ ਉਹਦੀ ਹੈ, ਉਹ ਵਾਰ-ਵਾਰ ਉੱਠਦਾ, ਪਰ ਦਿਹਾੜੀਦਾਰ ਨਾਲੋਂ ਮਿਹਨਤ ਘੱਟ ਹੈ, ਪੈਸਾ 10 ਗੁਣਾ ਵੱਧ ਹੈ। ਉਸ ਤੋਂ ਬਾਅਦ ਫਿਰ ਵੇਖਿਓ ਕੱਪੜੇ ਦੀ ਦੁਕਾਨ ਵਾਲੇ ਕੋਲ ਚਲ ਜਾਓ, ਉਹਨੂੰ ਵਾਰ-ਵਾਰ ਉੱਠਣਾ ਨਹੀਂ ਪੈਂਦਾ। ਉਹ ਚੌਂਕੜੀ ਮਾਰ ਕੇ ਬੈਠਾ, ਥਾਨ ਸੁੱਟੀ ਜਾਂਦਾ, ਮੋਹਰੇ ਤੁਹਾਡੇ ਖਿਲਾਰੀ ਜਾਂਦਾ। 20 ਥਾਨ ਸੁੱਟੇਗਾ, ਇੱਕ ਸੂਟ ਪਸੰਦ ਆ ਗਿਆ, ਦਿਹਾੜੀ ਦੇ 10, 20, 50 ਵਿਕ ਗਏ, ਤਾਂ ਸਾਧ ਸੰਗਤ ਤੋਂ ਕਰਿਆਨੇ ਵਾਲੇ ਨਾਲੋਂ ਵੱਧ ਪੈਸੇ ਕਮਾ ਜਾਂਦਾ। ਪੱਖੇ ਥੱਲੇ ਬੈਠਾ, ਉਹਦੀ ਕਰਿਆਨੇ ਦੀ ਦੁਕਾਨ ਵਾਲੇ ਨਾਲੋਂ ਮਿਹਨਤ ਘੱਟ ਹੈ, ਪੈਸਾ ਵੱਧ ਕਮਾ ਗਿਆ। ਉਹਦੇ ਨਾਲੋਂ ਜ਼ਿਆਦਾ ਵੇਖਿਓ ਸੁਨਿਹਾਰ ਦੇ ਤਾਂ ਹੱਥ ਵੀ ਨਹੀਂ ਲਿਬੜਦੇ ਵਿਚਾਰੇ ਦੇ। ਸੁਨਿਹਾਰ ਨੂੰ ਤਾਂ ਕੱਪੜੇ ਦੇ ਥਾਨ ਖਿਲਾਰਨੇ ਨਹੀਂ ਪੈਂਦੇ, ਕੱਪੜੇ ਵਾਲਾ ਤਾਂ ਫਿਰ ਸ਼ਾਮਾਂ ਨੂੰ ਇਕੱਠੇ ਕਰਦਾ ਵੀ ਤੈਅ ਲਾਓ ਬਈ, ਇੱਕ ਸੂਟ ਖਰੀਦਿਆ 20 ਵਿਖਾਏ ਨੇ, ਕਈ ਵਾਰ 20 ਵਿਖਾਓ ਤੇ ਇੱਕ ਵੀ ਨਹੀਂ ਖਰੀਦਦਾ ਗ੍ਰਾਹਕ। ਸ਼ਾਮਾਂ ਨੂੰ ਫਿਰ ਤੈਹਾਂ ਲਾਉਣੀਆਂ ਪੈਂਦੀਆਂ ਨੇ। ਪਰ ਸੁਨਿਹਾਰ ਤੇ ਨਹੀਂ ਇਦਾਂ ਗਹਿਣੇ ਖਿਲਾਰ ਕੇ ਸੁੱਟਦਾ। ਉਹ ਤਾਂ ਸੁਨਿਹਾਰ ਕੋਲ, ਕਿਸੇ ਕੋਲ ਜਾਓ ਸ਼ਾਹੂਕਾਰ ਕੋਲ, ਭਾਈ ਉਹਦੀ ਮਿਹਨਤ ਘੱਟ ਹੈ, ਉਹ ਕੁਰਸੀ ਤੇ ਬੈਠਾ, ਸਾਹਮਣੇ ਗਹਿਣੇ ਉਹਨੇ ਵਿਖਾ ਦਿੱਤੇ ਨੇ, ਉਹ ਤਾਂ ਸਾਹਮਣੇ ਵਾਲੇ ਨੂੰ ਹੱਥ ਵੀ ਸੋਚ ਕੇ ਲਵਾਉਂਦਾ ਗਹਿਣੇ ਨੂੰ, ਔਰ ਸਾਧ ਸੰਗਤ ਲੱਖਾਂ ਰੁਪਈਆ ਸ਼ਾਮ ਤੱਕ ਕਮਾ ਲੈਂਦਾ। ਹੁਣ ਕੱਪੜੇ ਵਾਲੇ ਨਾਲੋਂ ਮਿਹਨਤ ਸੁਨਿਹਾਰ ਕਿਸੇ ਸ਼ਾਹੂਕਾਰ ਦੀ, ਕਿਸੇ ਯੋਰੀ ਦੀ ਘੱਟ ਹੈ, ਔਰ ਕਿਸੇ ਸੁਨਿਹਾਰ ਦਾ, ਯੋਰੀ ਦਾ 10-20 ਮਹੀਨੇ ਬਾਅਦ ਇੱਕ ਅੱਧਾ ਗਹਿਣਾ ਜਾਂ ਹੀਰਾ ਵਿਕ ਜਾਏ, ਕਰੋੜਾਂ ਲੱਖਾਂ ਰੁਪਈਆ ਕਮਾ ਜਾਂਦਾ। ਸੁਨਿਹਾਰ ਨਾਲੋਂ ਵੱਧ ਯੋਰੀ ਕਮਾ ਜਾਂਦਾ। ਇਹਦਾ ਮਤਲਬ ਮਿਹਨਤ ਘੱਟ ਹੈ, ਪੈਸਾ ਉਹਦਾ ਜ਼ਿਆਦਾ ਹੈ। ਇੱਦਾਂ ਭੁੱਖੇ ਰਹਿਣਾ, ਮੌਨ ਧਾਰਨ ਕਰਨਾ, ਨੰਗੇ ਪੈਰੀਂ ਰਹਿਣਾ, ਵਰਤ ਰੱਖਣੇ, ਪੁੱਠੇ ਲਟਕਣਾ, ਇਹ ਸਾਰੇ ਕਰਮ ਠੀਕ ਹੈ ਧਰਮ ਦੇ। ਮਿਹਨਤ ਜ਼ਿਆਦਾ ਹੈ ਪਰ ਲਾਭ ਘੱਟ ਹੈ। ਸਭ ਨਾਲੋਂ ਲਾਭ ਜ਼ਿਆਦਾ ਕਾਹਦੇ ਵਿੱਚ ਹੈ? ਮਿਲ ਸਾਧ ਸੰਗਤ ਭਜ
केवल नाम हर कीरत साध संगत है, सिर करमन के कर्म कहो नानक तिस भयो प्रापत, तिस पुरब लिखे का लहना। एक उदाहरण तुहाडे बहुत ज़्यादा काम आएगी, ਇਹਦਾ ਲਾਭ ਪਤਾ ਕਿਵੇਂ ਜ਼ਿਆਦਾ ਹੈ? ਤੁਸੀਂ ਇੱਕ ਵਾਰ ਕਹਿੰਦੇ ਹੋ ਸਤਨਾਮ ਸ੍ਰੀ ਵਾਹਿਗੁਰੂ। ਅੱਛਾ 100 ਬੰਦਿਆਂ ਦੀ ਆਵਾਜ਼ ਤੁਹਾਡੇ ਕੰਨ 'ਚ ਪੈ ਗਈ। ਇੱਕ ਵਾਰ ਵਾਹਿਗੁਰੂ ਕਿਹਾ 100 ਵਾਰ ਸਿਮਰਨ ਹੋ ਗਿਆ ਤੁਹਾਡਾ। ਘਰ ਵਿੱਚ ਬੈਠੋਗੇ ਕੱਲਾ ਬੰਦਾ ਵਾਹਿਗੁਰੂ ਕਹਿੰਦਾ ਇੱਕ ਵਾਰ ਜਪਿਆ, ਸੰਗਤ ਵਿੱਚ ਬਹਿ ਕੇ ਜਪਦਾ ਉਹਦਾ 100 ਗੁਣਾ ਲਾਭ ਵੱਧ ਹੁੰਦਾ। ਇੱਕ ਵਾਰ ਜਪਦਾ ਸਤਨਾਮ ਸ੍ਰੀ ਵਾਹਿਗੁਰੂ, ਇੰਨੀ ਸੰਗਤ ਦੀ ਆਵਾਜ਼ ਉਹਨੂੰ ਰਿਵਰਸ ਵਾਹਿਗੁਰੂ ਸੁਣਦਾ, ਉਹਦਾ ਲਾਭ ਵੱਧ ਹੁੰਦਾ। ਇਹ ਸਾਧ ਸੰਗਤ ਇਹਨੂੰ ਮੈਂ ਕਈ ਵਾਰ ਇਸ ਤਰ੍ਹਾਂ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਨਾ ਹੁੰਦਾ। ਵੱਡੇ ਵੱਡੇ ਬਿਜ਼ਨਸ ਵੇਖੋ ਲੋਕਾਂ ਦੇ, ਜਿਹੜੇ ਕਰੋੜਾਂ ਦਾ ਬਿਜ਼ਨਸ ਕਰਦੇ ਨਾ, ਕਰੋੜਾਂ ਦਾ, ਉਹ ਇਕੱਲਾ ਬੰਦਾ ਨਹੀਂ ਕਰਦਾ। ਇਕੱਲਾ ਬੰਦਾ ਕਰੋੜਾਂ ਦਾ ਬਿਜ਼ਨਸ ਨਹੀਂ ਕਰਦਾ। ਜਦੋਂ ਤੁਸੀਂ ਵੱਡੇ ਵੱਡੇ ਸ਼ਾਪਿੰਗ ਮਾਲ ਬਣੇ ਵੇਖੋਗੇ, ਵੱਡੇ ਵੱਡੇ ਪਲਾਜ਼ੇ ਬਣੇ ਵੇਖੋਗੇ, ਵੱਡੀਆਂ ਵੱਡੀਆਂ ਬਿਲਡਿੰਗਾਂ ਵੇਖੋਗੇ, ਉਹ ਕਿਸੇ ਇੱਕ ਬੰਦੇ ਦੀਆਂ ਨਹੀਂ, 5-7 ਬਿਜ਼ਨਸਮੈਨ ਇਕੱਠੇ ਹੋ ਕੇ 20-20, 30-30, 50-50 ਲੱਖ ਰੁਪਈਆ ਪਾਇਆ, ਔਰ ਸਾਧ ਸੰਗਤ ਉਹਨੀ 3-4-5 ਕਰੋੜ ਰੁਪਈਆ ਖਰਚ ਕੇ ਉਹ ਬਿਲਡਿੰਗ ਬਣਾ ਦਿੱਤੀ। ਹੁਣ ਉਹ ਇਕੱਲਾ ਬੰਦਾ ਇੰਨੇ ਕਰੋੜ ਨਹੀਂ ਸੀ ਖਰਚ ਸਕਦਾ। 50-50 ਲੱਖ ਪਾ ਕੇ 5 ਬਿਜ਼ਨਸਮੈਨਾਂ ਨੇ 2.5 ਕਰੋੜ ਰੁਪਈਆ ਖਰਚ ਦਿੱਤਾ, ਔਰ ਜਦੋਂ ਉਹਨਾਂ ਨੂੰ ਇਨਕਮ ਆਉਂਦੀ ਨਾ, ਫਿਰ 5 ਨੂੰ ਲੱਖਾਂ 'ਚ ਆਉਂਦੀ, ਫਿਰ ਵਾਪਸ ਉਹਨਾਂ ਨੂੰ ਫਿਰ ਸੈਂਕੜੇ ਹਜ਼ਾਰਾਂ 'ਚ ਨਹੀਂ, ਲੱਖਾਂ ਰੁਪਏ 'ਚ, ਕਰੋੜਾਂ 'ਚ ਕਈ ਵਾਰ ਇਨਕਮ ਹੁੰਦੀ ਹੈ। 2.5 ਕਰੋੜ ਦਾ ਖਰੀਦਿਆ ਹੋਇਆ ਕਈ ਵਾਰ 20 ਕਰੋੜ ਦਾ ਵਿਕ ਜਾਂਦਾ, ਫਿਰ ਕਰੋੜਾਂ ਦੀ ਇਨਕਮ ਹੁੰਦੀ ਹੈ। ਇੱਦਾਂ ਕੱਲਾ ਬਿਜ਼ਨਸਮੈਨ ਨਹੀਂ, 5-5 ਇਕੱਠੇ ਹੋ ਕੇ ਬਿਜ਼ਨਸਮੈਨ ਬਿਜ਼ਨਸ ਕਰਦੇ ਨੇ। ਇੱਕ ਪਲਾਜੇ ਵਿੱਚ 5-5 ਬਿਜ਼ਨਸਮੈਨਾਂ ਦਾ ਹੁੰਦਾ ਹਿੱਸਾ ਵਿੱਚ। ਇੱਦਾਂ ਭਾਈ ਇਕੱਲੇ ਨੂੰ ਇੰਨਾ ਲਾਭ ਨਹੀਂ ਹੈ ਜਿੰਨਾ ਇਕੱਠਿਆਂ ਨੂੰ ਲਾਭ ਹੁੰਦਾ। ਇਹਨੂੰ ਮਹਾਰਾਜ ਨੇ ਕਿਹਾ ਸਾਧ ਸੰਗਤ ਵਿੱਚ ਬਹਿ ਕੇ ਜਪੋਗੇ ਤੁਹਾਨੂੰ ਘਨੇਰਾ ਲਾਭ ਹੁੰਦਾ। ਸਭ ਤੋਂ ਸ੍ਰੇਸ਼ਟ ਕਰਮ ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮਾ ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲਹਿਣਾ। ਆਪਣੇ ਵੱਡੇ ਭਾਗ ਸਤ ਸੰਗਤ ਮਿਲੀ। ਹੁਣ ਇੱਥੇ ਬਹਿ ਕੇ ਸਿੱਖਣਾ ਕੀ ਹੈ? ਅੱਜ ਸ੍ਰੀ ਗੁਰੂ ਅਮਰਦਾਸ ਮਹਾਰਾਜ ਇਸ ਮਨ ਨੂੰ ਮੁਖਾਤਬ ਹੋ ਕੇ ਕਹਿੰਦੇ ਨੇ, ਸੰਸਾਰ ਤਾਂ ਆਵਾਗੌਣ ਹੈ, ਯਾਦ ਰੱਖੀ ਤੂੰ ਆਇਆ ਤੇ ਇੱਕ ਦਿਨ ਚਲੇ ਜਾਣਾ, ਪਰ ਬੰਦਿਆ ਇਸ ਗੱਲ ਤੇ ਧਿਆਨ ਰੱਖੀ ਤੈਨੂੰ ਅੰਤ ਨਵੇੜਾ ਲਿਖਾ ਦੇਣਾ ਪੈਣਾ, ਉਹਦਾ ਧਿਆਨ ਰੱਖ ਕੇ ਚੱਲੀ। ਪਾਤਸ਼ਾਹ ਕੀ ਕਹਿੰਦੇ ਨੇ, ਆਓ ਵਿਚਾਰ ਵਿੱਚ ਜੁੜੀਏ, ਚਿੱਤ ਜੋੜ ਕੇ ਸਰਵਣ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਤੀਜਾ। ਏ ਮਨ ਮੇਰਿਆ ਆਵਾ ਗੌਣ ਸੰਸਾਰ ਹੈ, ਅੰਤ ਸੱਚ ਨਬੇੜਾ ਰਾਮ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅੱਛਾ, ਹੁਣ ਆਪਾਂ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਵਾਹਿਗੁਰੂ ਕਹਿਣ ਨਾਲ ਬਹੁਤ ਲਾਭ ਹੋਣਾ ਹੈ। ਵੱਡਾ ਵਪਾਰ ਹੈ, ਵੱਡਾ ਬਿਜ਼ਨਸ ਹੈ। ਜਿਹੜੇ ਕੰਮ ਵਿੱਚ ਲਾਭ ਹੁੰਦਾ ਹੋਵੇ ਭਾਈ ਉਹਨੂੰ ਜ਼ਿਆਦਾ ਕਰਨਾ ਚਾਹੀਦਾ। ਕਦੇ ਵੇਖਿਓ ਜਿਹੜੀ ਚੀਜ਼ ਜ਼ਿਆਦਾ ਵਿਕਣ ਲੱਗ ਜਾਂਦੀਆਂ ਦੁਕਾਨਾਂ ਜ਼ਿਆਦਾ ਖੁੱਲ੍ਹਦੀਆਂ ਨੇ। ਫਿਰ ਜਦੋਂ ਸਿੱਖ ਨੂੰ ਪਤਾ ਲੱਗ ਜਾਏ ਸਾਧ ਸੰਗਤ ਵਿੱਚ ਲਾਭ ਹੈ, ਫਿਰ ਉਹ ਸੰਗਤ ਵਿੱਚ ਬਹਿ ਕੇ ਜ਼ਰੂਰ ਜਪਦਾ ਸਤਨਾਮ ਸ੍ਰੀ ਵਾਹਿਗੁਰੂ। ਅੱਜ ਹਜ਼ੂਰ ਕਹਿੰਦੇ ਇਹ ਮਨ ਮੇਰਿਆ ਆਵਾਗੌਣ ਸੰਸਾਰ ਹੈ, ਇਹ ਦੁਨੀਆ ਆਉਣਾ ਜਾਣ ਹੈ, ਤੂੰ ਆਇਆ ਤੇ ਇੱਕ ਦਿਨ ਚਲੇ ਜਾਣਾ, ਪਰ ਯਾਦ ਰੱਖੀ ਅੰਤ ਨਵੇੜਾ ਰੱਬ ਦੇ ਘਰ ਵਿੱਚ ਹੋਣਾ। ਕੀਤੇ ਕਰਮਾਂ ਦਾ ਲੇਖਾ ਦੇਣਾ ਪੈਣਾ। ਆਉਣ ਤੋਂ ਬਾਅਦ ਗੌਣ ਸੰਸਾਰ ਜਾਣ ਵਾਲਾ, ਪਰ ਇਹਦੇ ਵਿੱਚ ਜੇ ਤੂੰ ਆਇਆ ਤੇ ਲੇਖਾ ਨਵੇੜਾ ਹੋਣਾ ਹੈ। ਆਪੇ ਸੱਚਾ ਬਖਸ਼ ਲਏ, ਫਿਰ ਹੋਏ ਨਾ ਫੇਰਾ ਰਾਮ। ਜਿਹਨੂੰ ਉਹ ਅਕਾਲ ਪੁਰਖ ਵਾਹਿਗੁਰੂ ਆਪ ਸੱਚਾ ਬਖਸ਼ ਦਵੇ, ਕਿਰਪਾ ਨਜ਼ਰ ਕਰਦਾ, ਉਹਦੇ ਕਰਮਾਂ ਵੱਲ ਧਿਆਨ ਨਾ ਦਵੇ, ਉਹਨੂੰ ਬਖਸ਼ ਦਵੇ ਭਾਈ, ਫਿਰ ਉਹਨੂੰ ਦੁਬਾਰਾ ਇਸ ਸੰਸਾਰ ਵਿੱਚ ਫੇਰਾ ਨਹੀਂ ਹੁੰਦਾ। ਭਾਵ ਉਹਦਾ ਆਉਣਾ ਜਾਣਾ ਜਨਮ ਮਰਨ ਮਿਟ ਜਾਂਦਾ ਹੈ। ਫਿਰ ਹੋਏ ਨਾ ਫੇਰਾ ਅੰਤ ਸੱਚ ਨਬੇੜਾ, ਗੁਰਮੁਖ ਮਿਲੈ ਵਡਿਆਈ। ਕਿਵੇਂ? ਫਿਰ ਉਹਨੂੰ ਦੁਬਾਰਾ ਸੰਸਾਰ ਵਿੱਚ ਫੇਰਾ ਜਨਮ ਨਹੀਂ ਹੁੰਦਾ। ਅੰਤ ਉਹਦਾ ਸੱਚ ਦੇ ਨਾਮ ਨਾਲ ਜੁੜ ਕੇ ਨਵੇੜਾ ਹੋ ਜਾਂਦਾ। ਗੁਰਮੁਖ ਮਿਲੇ ਵਡਾਈ, ਗੁਰੂ ਦੇ ਰਾਹੀਂ ਉਸ ਗੁਰਮੁਖ ਨੂੰ
ਜਨਮ ਜਿੱਤਣ ਦੀ, ਜਨਮ ਸਫਲ ਕਰਨ ਦੀ ਵਡਿਆਈ ਮਿਲਦੀ ਹੈ। ਸਾਚੈ ਰੰਗ ਰਾਤੇ ਸਹਜੇ ਮਾਤੇ, ਸਹਜੇ ਰਹੇ ਸਮਾਈ। ਕਹਿੰਦੇ ਭਾਈ ਜਿਨ੍ਹਾਂ ਨੂੰ ਜਨਮ ਜਿੱਤਣ ਦੀ ਵਡਿਆਈ ਮਿਲੀ, ਉਹਨਾਂ ਦੀ ਨਿਸ਼ਾਨੀ ਇਹ ਹੈ ਵੀ ਸੱਚੇ ਰੰਗ ਵਿੱਚੋਂ ਰੱਤੇ ਗਏ, ਉਹਨੇ ਸਰੀਰ ਵਿੱਚ ਰਹਿੰਦਿਆਂ ਸੱਚ ਨਾਲ ਜੁੜ ਗਏ। ਸਹਿਜੇ ਮਾਤੇ ਦਾ ਅਰਥ ਉਹ ਸਹਿਜ ਵਿੱਚ ਟਿਕ ਗਏ, ਉਹਨਾਂ ਦੇ ਅੰਦਰ ਸਬਰ ਆ ਗਿਆ, ਲੋਕਾਂ ਦੀਆਂ ਗੱਲਾਂ ਦਾ ਅਸਰ ਹੋਣਾ ਬੰਦ ਹੋ ਗਿਆ। ਨਾ ਉਹਨਾਂ ਉੱਤੇ ਨਿੰਦਿਆ, ਨਾ ਉਸਤਤ, ਨਾ ਹਰਖ, ਨਾ ਸੋਗ। ਉਹ ਜੇ ਕੁਝ ਦੁਨੀਆ ਵਿੱਚ ਮਿਲਦਾ ਹੈ ਤਾਂ ਵੀ ਖੁਸ਼ ਨੇ, ਜੇ ਕੋਈ ਅਰਦਾਸ ਨਾ ਪੂਰੀ ਹੋਵੇ ਤਾਂ ਵੀ ਕਹਿੰਦੇ ਠੀਕ ਹੀ ਹੈ। ਰੱਬ ਦੇ ਨਾਲ ਕੋਈ ਰੋਸ ਨਹੀਂ ਕਰਦੇ, ਅਰਦਾਸ ਕਰਦੇ ਨੇ, ਪਰ ਸਾਧ ਸੰਗਤ ਸਹਿਜ ਵਿੱਚ ਟਿਕ ਜਾਂਦੇ ਨੇ। ਜੇ ਕੁਝ ਮਿਲ ਜਾਏ ਤਾਂ ਵੀ ਠੀਕ ਹੈ, ਜੇ ਕੁਝ ਨਾ ਮਿਲੇ ਤਾਂ ਵੀ ਠੀਕ ਹੈ, ਉਹ ਰੱਬ ਨਾਲ ਰੁੱਸਦੇ ਨਹੀਂ। ਇਸ ਤਰ੍ਹਾਂ ਸਹਿਜ ਵਿੱਚ ਰੱਤੇ ਰਹਿੰਦੇ ਹਨ, ਨਵੇੜਾ ਹੁੰਦਾ ਹੈ। ਸੱਚਾ ਮਨ ਭਾਇਆ ਸੱਚ ਵਸਾਇਆ, ਸ਼ਬਦ ਰਤੇ ਅੰਤ ਨਬੇਰਾ। ਕਹਿੰਦੇ ਉਹਨਾਂ ਦੇ ਮਨ ਨੂੰ ਸੱਚ ਭਾਇਆ ਦਾ ਅਰਥ ਹੈ ਚੰਗਾ ਲੱਗਦਾ ਹੈ, ਨਾਮ ਚੰਗਾ ਲੱਗਣ ਲੱਗ ਪੈਂਦਾ। ਜਨਮ ਜਿੱਤਣ ਵਾਲੇ ਦੀ ਨਿਸ਼ਾਨੀ ਹੈ, ਉਹਨੂੰ ਵਾਹਿਗੁਰੂ ਦਾ ਨਾਮ ਮਿੱਠਾ ਲੱਗਦਾ, ਉਹਨੂੰ ਵਾਹਿਗੁਰੂ ਦਾ ਨਾਮ ਭਾ ਜਾਂਦਾ ਮਨ ਨੂੰ, ਔਰ ਉਹ ਫਿਰ ਰੱਬ ਨੂੰ ਭਾ ਜਾਂਦਾ। ਸੱਚ ਵਸਾਇਆ, ਉਹਦੇ ਮਨ ਦਾ ਵਾਸਾ ਸੱਚ ਵਿੱਚ ਹੋ ਜਾਂਦਾ ਹੈ। ਸ਼ਬਦ ਰਤੇ ਅੰਤ ਨਵੇੜਾ, ਸ਼ਬਦ ਵਿੱਚ ਜੁੜਨ ਕਰਕੇ ਅੰਤ ਨੂੰ ਉਹਨਾਂ ਦਾ ਲਿਖਾ ਨਿਬੜ ਜਾਂਦਾ ਹੈ। ਨਾਨਕ ਨਾਮ ਰਤੇ ਸੇ ਸੱਚ ਸਮਾਣੇ, ਬਹੁਰ ਨਾ ਭਵ ਜਲ ਫੇਰਾ। ਪਾਤਸ਼ਾਹ ਇੱਕ ਪਦੇ ਦੀ ਸਮਾਪਤੀ ਉੱਤੇ ਕਹਿੰਦੇ ਨਾਮ ਵਿੱਚ ਰੱਤੇ ਜਾਂਦੇ ਨੇ ਇਹ ਭਾਈ ਉਹ ਬੰਦੇ, ਫਿਰ ਉਹ ਸੱਚ ਵਿੱਚ ਸਮਾ ਜਾਂਦੇ ਨੇ। ਬਹੁਰ ਨਾ ਭਵ ਜਲ ਫੇਰਾ, ਉਹਨਾਂ ਨੂੰ ਦੁਆਰਾ ਸੰਸਾਰ ਵਿੱਚ ਜਨਮ ਮਰਨ ਵਿੱਚ ਨਹੀਂ ਪੈਣਾ ਪੈਂਦਾ। ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਇਸ ਤਰ੍ਹਾਂ ਪਹਿਲੇ ਪਦੇ ਦੀ ਸਮਾਪਤੀ ਕਰਦੇ ਹਨ। ਮਾਇਆ ਮੋਹ ਸਭ ਬਰਲ ਹੈ, ਦੂਜੈ ਭਾਏ ਖੁਆਈ RAM। ਹੁਣ ਮਹਾਰਾਜ ਉਹਨਾਂ ਲੋਕਾਂ ਦੀ ਗੱਲ ਕਰਦੇ ਜਿਹੜੇ ਖੁਆਰ ਹੋ ਗਏ। ਮਹਾਰਾਜ ਇਸ ਆਵਾਗੁਣ ਸੰਸਾਰ ਵਿੱਚ ਕੌਣ ਖੁਆਰ ਹੋਏ? ਫਿਰ ਸਾਹਿਬ ਕਹਿੰਦੇ ਮਾਇਆ ਮੋਹ ਸਭ ਵਰਲ ਹੈ। ਭਾਈ ਮਾਇਆ ਦੇ ਮੋਹ ਵਿੱਚ ਲੋਕ ਪਾਗਲ ਹੋ ਗਏ, ਹਾਲਤ ਉਹਨਾਂ ਦੀ ਵਿਗੜ ਗਈ, ਉਹਨਾਂ ਨੂੰ ਮੋਹ ਨਾਲ ਇੰਨੀ ਅੰਦਰੋਂ ਅਟੈਚਮੈਂਟ ਬਣ ਗਈ। ਦੂਜੇ ਭਾਏ ਖੁਆਈ, ਰੱਬ ਤੋਂ ਵੱਖ ਹੋ ਕੇ ਦੁਬਿਧਾ ਵਿੱਚ ਦੂਜੇ ਭਾਏ ਵਿੱਚ ਉਹ ਖੁਆਰ ਹੋਏ। ਉਹਨੇ ਇੰਨੀ ਗਹਿਰੀ ਅਟੈਚਮੈਂਟ ਕਰ ਲਈ ਸੰਸਾਰ ਨਾਲ, ਜਦੋਂ ਸੰਸਾਰ ਆਪਣੀ ਜਗ੍ਹਾ ਤੋਂ ਹਿੱਲਿਆ ਉਹ ਬੰਦੇ ਪਾਗਲ ਹੋ ਗਏ। ਮਾਇਆ ਦੇ ਮਗਰ ਪਾਗਲ ਹੋਣ ਦਾ ਭਾਵ ਪਤਾ ਕੀ ਹੈ? ਨਾਮ ਬਿਨਾਂ ਸਭ ਜਗ ਬਹੁ ਅੰਨਾ। ਇਹਦਾ ਅਰਥ ਹੈ ਨਾਮ ਸੱਚ ਹੈ, ਕਿਉਂਕਿ ਉਹ ਆਦ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ। ਬਾਕੀ ਸਭ ਕੁਝ ਝੂਠ ਹੈ, ਜਿਹਨੂੰ ਕਿਹਾ ਜਗ ਰਚਨਾ ਸਭ ਝੂਠ ਹੈ, ਜਾਨ ਲਿਹੋ ਰੇ ਮੀਤ। ਪਰ ਬੰਦੇ ਨੇ ਇਹਦੇ ਨਾਲ ਅਟੈਚਮੈਂਟ ਇੰਨੀ ਗਹਿਰੀ ਕਰ ਲਈ, ਸੰਸਾਰ ਨੇ ਆਪਣੀ ਜਗ੍ਹਾ ਤੋਂ ਹਿੱਲਣਾ ਹੀ ਹਿੱਲਣਾ ਸੀ। ਤੁਸੀਂ ਲੱਖ ਯਤਨ ਕਰੋ, ਵਿਗਿਆਨ ਨੇ ਰਿਸਰਚ ਕੀਤੀ ਹੈ, ਪਦਾਰਥ ਅਣੂ ਤੱਕ ਪਹੁੰਚਣ ਤੋਂ ਬਾਅਦ ਵੀ ਉਹਨਾਂ ਕਿਹਾ ਇਹ ਟਿਕਾਊ ਵਿੱਚ ਨਹੀਂ ਹੈ, ਕੋਈ ਚੀਜ਼ ਟਿਕਾਊ ਵਿੱਚ ਨਹੀਂ ਹੈ। ਆਪਣਾ ਸਰੀਰ ਬਚਪਨ ਤੋਂ ਜਵਾਨੀ, ਜਵਾਨੀ ਤੋਂ ਬੁਢੇਪੇ ਵੱਲ ਜਾ ਰਿਹਾ ਹੈ। ਇੱਕ ਬੰਦਾ ਮੈਨੂੰ ਦੱਸ ਦਿਓ ਜਿਹੜਾ ਕਵੇ ਮੈਂ ਮਿਹਨਤ ਬੜੀ ਕੀਤੀ ਤਾਂ ਜਵਾਨ ਹੋਇਆ, ਮੈਂ ਲੱਖ ਯਤਨ ਕੀਤਾ ਜੀ ਤਾਂ ਯਤਨ ਕਰਕੇ ਜਵਾਨ ਹੋਇਆ, ਮੈਂ ਥੋੜੀ ਜਵਾਨ ਹੋ ਗਿਆ। ਔਰ ਸਾਧ ਸੰਗਤ ਇੱਕ ਬੰਦਾ ਦੱਸ ਦਿਓ ਜਿਹੜਾ ਯਤਨ ਕਰਕੇ ਕਵੇ ਮੈਂ ਕੋਸ਼ਿਸ਼ਾਂ ਕੀਤੀਆਂ ਨੇ ਬੁਢੇਪਾ ਰੋਕ ਲਿਆ। ਬੁਢੇਪਾ ਰੋਕਿਆ ਨਹੀਂ ਜਾ ਸਕਦਾ। 4 ਦਿਨ ਬਾਲ ਕਾਲੇ ਕੀਤੇ ਜਾ ਸਕਦੇ ਨੇ, ਪਰ ਸੱਜਣੋਂ ਬੁਢੇਪਾ ਨਹੀਂ ਰੋਕਿਆ ਜਾ ਸਕਦਾ, ਉਹ ਆਉਣਾ ਹੀ ਆਉਣਾ ਇੱਕ ਦਿਨ। ਇਸ ਲਈ ਮਹਾਰਾਜ ਬਚਨ ਕਹਿੰਦੇ ਭਾਈ ਉਹ ਗਹਿਰੀ ਅਟੈਚਮੈਂਟ ਬਣਾ ਬੈਠੇ, ਮਾਇਆ ਮੋਹ ਸਭ ਵਰਲ ਹੈ, ਉਹਦੇ ਵਿੱਚੋਂ ਪਾਗਲ ਹੋ ਗਏ। ਦੂਜੇ ਦੁਬਿਧਾ ਵਿੱਚ ਪੈਣ ਕਰਕੇ ਖੁਆਰ ਹੀ ਹੋਏ। ਮਾਤਾ ਪਿਤਾ ਸਭ ਹੇਤ ਹੈ, ਹੇਤੇ ਪਲਚਾਈ RAM। ਕਹਿੰਦੇ ਪਹਿਲਾਂ ਬਚਪਨ ਵਿੱਚ ਮਾਂ ਪਿਓ ਵਿੱਚ ਉਲਝਿਆ ਰਿਹਾ, ਮਾਂ ਪਿਓ ਬਾਅਦ ਵਿੱਚ ਇਹਦੇ ਵਿੱਚ ਉਲਝ ਰਿਹਾ, ਬਸ ਆਹੀ ਕਹਾਣੀ ਬਣੀ ਰਹੀ। ਜਦੋਂ ਬੱਚਾ ਬਚਪਨ ਵਿੱਚ ਹੈ ਮਾਂ ਪਿਓ 'ਚ ਪਲਚਿਆ ਹੋਇਆ, ਜਦੋਂ ਬੱਚਾ ਵੱਡਾ ਹੋਇਆ ਮਾਂ ਪਿਓ ਦੇ ਵਿੱਚ ਪਲਚ ਗਏ ਨੇ। ਸਾਧ ਸੰਗਤ 60 65 ਸਾਲ ਦੀਆਂ ਉਮਰਾਂ ਨੇ, ਆਪਣੇ ਬੱਚਿਆਂ ਨੇ ਪੋਤਿਆਂ ਲਈ ਆਪਾਂ ਮੰਗੀ ਜਾ ਰਹੇ, ਰੋਈ ਜਾ ਰਹੇ ਹਾਂ। ਉਹ ਰੋਣਾ ਐਸਾ ਪੱਲੇ ਪਿਆ, ਉਸ ਹੇਤ ਵਿੱਚ ਆਪਾਂ ਪਲਚ ਗਏ। ਔਰ ਪਾਤਸ਼ਾਹ ਕਹਿੰਦੇ ਉਹਦੇ ਵਿੱਚ ਖਚਤ ਹੋਣ ਕਰਕੇ ਲੋਕ ਖੁਆਰ ਹੋਏ ਨੇ। ਹੇਤੇ ਪਲਚਾਈ ਪੁਰਬ ਕਮਾਈ, ਮੇਟ ਨਾ ਸਕੈ ਕੋਈ। ਕਹਿੰਦੇ ਇਸ ਮੋਹ ਵਿੱਚ ਹੇਤ ਵਿੱਚ ਐਸੇ ਪਲਚ ਗਏ, ਲੋਕ ਉਲਝ ਗਏ। ਕਹਿੰਦੇ ਭਾਈ ਐਂ ਲੱਗਾ ਜਿਵੇਂ ਪੁਰਬ ਕਮਾਈ ਸੀ, ਫਿਰ ਜੋ ਉਹਨਾਂ ਕਮਾਇਆ ਉਹੀ ਉਹਨਾਂ ਦੇ ਸਾਹਮਣੇ ਆ ਗਿਆ।
ਕੀਤੇ ਕਰਮ ਹੁਣ ਫਿਰ ਭੋਗਣੇ ਪੈ ਰਹੇ ਨੇ। ਇਸ ਤਰ੍ਹਾਂ ਉਹ ਸੰਸਾਰ ਦੇ ਅੰਦਰ ਮੇਟ ਨਾ ਸਕੇ ਕੋਈ, ਉਹਨਾਂ ਦੇ ਕੀਤੇ ਕਰਮ ਹੁਣ ਕੋਈ ਮੇਟ ਨਹੀਂ ਸਕਦਾ। ਆਹ ਮਹੀਨਾ ਜਿਹੜਾ ਚੱਲ ਰਿਹਾ ਹੈ, ਇਹਦੇ ਵਿੱਚ ਵੀ ਇਹਦੇ ਸੰਦਰਭ ਵਿੱਚ ਹੀ ਹਜ਼ੂਰ ਨੇ ਕਿਹਾ, ਕੱਤ ਕਰਮ ਕਮਾਵਣੇ ਦੋਸ਼ ਨ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆਂ ਵਿਆਪਣ ਸਭੇ ਰੋਗ, ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ, ਖਿਨ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਉਤੋਂ ਅਗਲੀ ਪੰਕਤੀ ਹੈ, ਵਿੱਚ ਨਾ ਕੋਈ ਕਰ ਸਕੇ, ਕੋਈ ਵਿਚੋਲਾ ਹੁਣ ਵਿੱਚ ਕੁਝ ਨਹੀਂ ਕਰ ਸਕਦਾ। ਅੱਜ ਜਿਹਨੂੰ ਕਿਹਾ ਮੇਟ ਨਾ ਸਕੇ ਕੋਈ, ਵਿੱਚ ਨਾ ਕੋਈ ਕਰ ਸਕੇ, ਕਿਸ ਤੇ ਰੋਵੇ ਰੋਜ਼, ਤੇਰੇ ਕਰਮ ਇੰਨੇ ਵੱਧ ਗਏ ਨੇ ਹੁਣ ਕੋਈ ਮੇਟ ਨਹੀਂ ਸਕਦਾ ਭਾਈ, ਤੂੰ ਹੇਤ ਵਿੱਚ ਇੰਨਾ ਪਲਚ ਗਿਆ, ਹੁਣ ਵਿੱਚ ਕੋਈ ਵਿਚੋਲਾ ਕੁਝ ਨਹੀਂ ਕਰ ਸਕਦਾ। ਜਿਨ ਸ੍ਰਿਸ਼ਟ ਸਾਜੀ ਸੋ ਕਰ ਵੇਖੈ, ਤਿਸ ਜੇਵੜ ਅਵਰ ਨਾ ਕੋਈ। ਤਾਂ ਫਿਰ ਪਾਤਸ਼ਾਹ ਨੇ ਦੇਖੋ ਗੁਰੂ ਅਮਰਦਾਸ ਮਹਾਰਾਜ ਫਿਰ ਕਿਰਪਾ ਕਰਕੇ ਰਾਹ ਦਿੰਦੇ, ਕਹਿੰਦੇ ਜਿਹਨੇ ਸ੍ਰਿਸ਼ਟੀ ਸਾਜੀ ਹੈ ਭਾਈ, ਉਹ ਵੇਖ ਰਿਹਾ ਸਾਰਾ ਕੁਝ, ਉਹਦੀ ਨਜ਼ਰ ਵਿੱਚ ਹੈ ਸਭ ਕੁਝ। ਤਿਸ ਜੇਵੜ ਅਵਰ ਨਾ ਕੋਈ, ਉਹਦੇ ਵੱਡਾ ਹੋਰ ਕੋਈ ਦੁਨੀਆ ਵਿੱਚ ਨਹੀਂ ਹੈ। ਉਹਨੇ ਸਭ ਨੂੰ ਪੈਦਾ ਕਰਕੇ ਉਹਨਾਂ ਤੇ ਨਜ਼ਰ ਰੱਖੀ ਹੋਈ ਹੈ। ਜੇ ਬਚਣਾ ਚਾਹੁੰਦਾ ਇੱਕੋ ਹੀ ਤਰੀਕਾ ਰਹਿ ਗਿਆ, ਜਿਹਨੇ ਸ੍ਰਿਸ਼ਟੀ ਸਾਜੀ ਉਹਨੂੰ ਅਰਦਾਸ ਕਰ, ਜਿਹਨੇ ਸ੍ਰਿਸ਼ਟੀ ਸਾਜੀ ਉਹਦਾ ਨਾਮ ਜਪ, ਨਹੀਂ ਤਾਂ ਇਸ ਹੇਤ ਵਿੱਚ ਤੂੰ ਲਿਖੇ ਵਿੱਚ ਪੈ ਜਾਏਗਾ। ਮਨ ਮੁਖ ਅੰਧਾ ਤਪ ਤਪ ਖਪੈ, ਬਿਨ ਸ਼ਬਦੈ ਸ਼ਾਂਤ ਨਾ ਆਈ। ਮਨ ਦੇ ਮਗਰ ਲੱਗ ਕੇ ਚੱਲਣ ਵਾਲੇ ਲੋਕ ਅਗਿਆਨਤਾ ਵਸਨੇ ਹੋ ਗਏ, ਉਹ ਫਿਰ ਖਪਦੇ ਰਹੇ, ਤਪਦੇ ਰਹੇ, ਸ਼ਬਦ ਦੀ ਸ਼ਾਂਤ ਉਹਨਾਂ ਤੱਕ ਨਹੀਂ ਆਈ। ਉਹ ਸੰਸਾਰ ਵਿੱਚ ਖਪ ਖਪ ਕੇ ਦੁਖੀ ਹੋ ਕੇ ਮਰ ਜਾਂਦੇ ਨੇ। ਇੱਕ ਦੁੱਖ ਹਟਦਾ ਦੂਜਾ ਸ਼ੁਰੂ ਹੋ ਜਾਂਦਾ, ਇੱਕ ਕੰਮ ਬਣਦਾ ਦੂਜਾ ਵਿਗੜ ਜਾਂਦਾ। ਇਸ ਤਰ੍ਹਾਂ ਸਾਰੀ ਉਮਰ ਖਪਦੇ ਹੀ ਰਹਿੰਦੇ ਹਨ। ਨਾਨਕ ਬਿਨ ਨਾਮੈ ਸਭ ਕੋਈ ਭੁੱਲਾ, ਮਾਇਆ ਮੋਹਿ ਖੁਆਈ। ਅਖੀਰ ਪਾਤਸ਼ਾਹ ਦੂਜੇ ਪਦੇ ਦੀ ਸਮਾਪਤੀ ਵਿੱਚ ਕਹਿੰਦੇ, ਭਾਈ ਬਿਨਾਂ ਨਾਮ ਤੋਂ ਲੋਕੀ ਭੁੱਲ ਗਏ ਨੇ, ਮਾਇਆ ਮੋਹ ਵਿੱਚ ਤਾਂ ਖੁਆਰ ਹੋਏ ਨੇ ਕਿਉਂਕਿ ਨਾਮ ਨੂੰ ਭੁੱਲ ਗਏ। ਜਿਸ ਨਾਮ ਤੋਂ ਸ਼ੁਰੂਆਤ ਹੋਈ ਸੀ, ਮਹਤ ਗਰਵ ਮੈਂ ਆਪਨ ਸਿਮਰਨ ਦੇ, ਉਹ ਭੁੱਲ ਗਏ। ਤੈਂ ਤੁਮ ਰੱਖਣ ਹਾਰੇ, ਉਹ ਨਾਮ ਵਿਸਰ ਗਏ। ਇਸ ਲਈ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਅੱਜ ਹਜ਼ੂਰ ਕਹਿੰਦੇ ਮਾਇਆ ਮੋਹ ਖਵਾਈ, ਉਹ ਬੰਦੇ ਨਾਮ ਤੋਂ ਟੁੱਟ ਕੇ ਹੀ ਖੁਆਰ ਹੋਏ ਹਨ। ਇਹੋ ਜਗ ਜਲਤਾ ਦੇਖ ਕੈ, ਭਜ ਪਏ ਹਰਿ ਸ਼ਰਨਾਈ RAM। ਫਿਰ ਪਾਤਸ਼ਾਹ ਕੋਲੋਂ ਪੁੱਛੀਏ, ਮਹਾਰਾਜ ਕੋਈ ਰਸਤਾ ਦੱਸੋ ਫਿਰ ਕੀ ਹੈ। ਸੱਚੇ ਪਾਤਸ਼ਾਹ ਕਹਿੰਦੇ, ਭਾਈ ਇਹ ਸਾਰਾ ਸੰਸਾਰ ਜਗਤ ਜਲ ਰਿਹਾ ਇਸ ਦੁੱਖ ਵਿੱਚ, ਤੂੰ ਇਕੱਲਾ ਨਹੀਂ ਹੈ। ਇਹ ਤਾਂ ਜਿਹਨੂੰ ਨਹੀਂ ਪੁੱਛਿਆ ਉਹੀ ਬੰਦਾ ਤੁਹਾਨੂੰ ਸੁਖੀ ਲੱਗਦਾ। ਪੰਜ ਜੋੜ ਲਿਆ ਉਹ ਵੀ ਬੰਦੇ ਰੋਂਦੇ ਗਏ ਧਰਤੀ। ਤੂੰ ਤੇ ਹੈ ਹੀ ਕੁਝ ਨਹੀਂ, ਤੇਰੇ ਕੋਲ ਕੀ ਹੈ? ਤੈਨੂੰ ਤਾਂ ਘੜੀ ਦਾ ਨਹੀਂ ਪਤਾ ਕੀ ਹੋਣਾ। ਜਿਨ੍ਹਾਂ ਨੂੰ ਸਾਲਾਂ ਦਾ ਪਤਾ ਸੀ ਮੇਰੇ ਨਾਲ ਕੀ ਹੋਣਾ, ਉਹ ਵੀ ਬੰਦੇ ਦੁਖੀ ਹੋਏ। ਇਹ ਪੂਰਾ ਸ਼ਬਦ ਪੜਿਓ, ਸ਼ਲੋਕ ਮਹੱਲਾ ਪਹਿਲਾ। ਸਹੰਸਰ ਦਾਨ ਦੇ ਇੰਦਰ ਰਵਾਇਆ, ਪਰਸਰਾਮ ਰੋਵੇ ਘਰ ਆਇਆ, ਅਜੈ ਸੋ ਰੋਵੇ ਭਿਖਿਆ ਖਾਏ, ਐਸੀ ਦਰਗਾਹ ਮਿਲੇ ਸਜਾਏ, ਰੋਵੇ ਰਾਮ ਨਕਾਲਾ ਭਇਆ, ਸੀਤਾ ਲਖਮਣ ਵਿਛੜ ਗਿਆ, ਰੋਵੇ ਦਿਨਸਰ ਲੰਕ ਗਵਾਏ। ਅੱਜ ਉਹ 10 ਸਿਰਾਂ ਵਾਲੇ ਰਾਵਣ ਨੂੰ ਲੋਕਾਂ ਸਾੜਨੇ ਸਾਸਨ, ਪਰ ਆਪਾਂ ਗੱਲ ਸਾੜਨ ਦੀ ਨਹੀਂ, ਉਤੋਂ ਸਿੱਖਣਾ ਚਾਹੀਦਾ ਕੁਝ। ਜੇ ਗਿਆਨੀਆਂ ਵਿੱਚੋਂ ਵੇਖੀਏ ਤੇ ਸਭ ਤੋਂ ਵੱਡਾ ਗਿਆਨੀ ਸੀ ਉਸ ਵਕਤ ਦਾ ਰਾਵਣ। ਉਹਨੂੰ 4 ਵੇਦ ਮੂੰਹ ਜਵਾਨੀ ਕੰਠ ਨੇ। ਜੇ ਬਲ ਦੇ ਪੱਖੋਂ ਵੇਖੋ ਤੇ ਬਲ ਰਾਵਣ ਵਿੱਚ ਰਾਮ ਨਾਲੋਂ ਘੱਟ ਨਹੀਂ। ਜਿਹੜਾ ਧਨੁਸ਼ ਉਹਨੇ ਸਭਾ ਵਿੱਚ ਸਵੰਬਰ ਵਿੱਚ ਸ਼੍ਰੀ ਰਾਮ ਨੇ ਚੁੱਕਿਆ ਉਸ ਵਕਤ, ਉਸ ਤੋਂ ਇਲਾਵਾ ਇੱਕੋ ਹੀ ਬੰਦਾ ਚੁੱਕ ਸਕਦਾ ਸੀ, ਉਹ ਰਾਵਣ ਸੀ। ਬਲ ਵਿੱਚ ਵੇਖੀਏ ਤਾਂ ਰਾਵਣ ਵੱਡਾ ਹੈ, ਗਿਆਨ ਵਿੱਚ ਵੇਖੀਏ ਤਾਂ ਰਾਵਣ ਵੱਡਾ ਹੈ, ਅਮੀਰੀ ਵਿੱਚ ਵੇਖੀਏ ਤਾਂ ਸੋਨੇ ਦੀ ਲੰਕਾ ਬਣਾ ਕੇ ਬੈਠੇ। ਉਹ ਸੱਜਣੋਂ ਸਭ ਕੁਝ ਹੋਣ ਦੇ ਬਾਵਜੂਦ ਇੱਕੋ ਹੀ ਚੀਜ਼ ਰਹਿ ਗਈ, ਅੰਦਰ ਅਗਿਆਨਤਾ ਤੇ ਹਉਮੈ ਨੇ ਉਹਨੂੰ ਗਾਲ ਕੇ ਰੱਖ ਦਿੱਤਾ। ਪਾਤਸ਼ਾਹ ਨੇ ਬਚਨ ਕਹੇ, ਭਾਈ ਰੱਬ ਦੇ ਨਾਮ ਦੇ ਭੈ ਤੋਂ ਵੱਖ ਹੋ ਕੇ ਵੱਡੇ ਵੱਡੇ ਖੁਆਰ ਹੋਏ ਨੇ, ਤੂੰ ਤੇ ਹੈ ਹੀ ਕੁਝ ਨਹੀਂ। ਰੋਵੇ ਦਿਨਸਰ ਲੰਕ ਗਵਾਹੇ, ਜਿਨ ਸੀਤਾ ਅੰਦੀ ਡੋਰੂ ਵਾਹੇ, ਰੋਵੇ ਪਾਂਡਵ ਭਏ ਮਜ਼ੂਰ, ਜਿਨ ਕੇ ਸੁਆਮੀ ਰਹਿਤ ਹਦੂਰ, ਰੋਵੇ ਜਨਮ ਜਾ ਖੋਏ ਗਿਆ, ਇੱਕ ਹੀ ਕਾਰਨ ਪਾਪੀ ਭਇਆ, ਰੋਵੇ ਸ਼ੇਖ ਮਸਾਏ ਕਪੀਰ, ਅੰਤ ਕਾਲ ਮਤ ਲੱਗ ਗਏ ਭੀੜ। ਤੇ ਅਖੀਰ ਤੇ ਪਤਾ ਕੀ ਕਿਹਾ ਹਜ਼ੂਰ ਕਹਿੰਦੇ, ਬੱਲੀ ਰੋਵੇ ਨਹਾ ਪਤਾਰ, ਹਕੀਕਤ ਇਹ ਵੇ ਕਿ ਨਾਨਕ ਦੁਖੀਆ। ਸਭ ਸੰਸਾਰ, ਇੱਥੇ ਸਾਰਾ ਸੰਸਾਰ ਹੀ ਇਸ ਗੱਲ 'ਚ ਦੁਖੀ ਹੈ, ਤੂੰ ਕੱਲਾ ਨਹੀਂ। ਅੱਜ ਮਹਾਰਾਜ ਬਚਨ ਕਹਿੰਦੇ,
ਇਸ ਹੇਤ ਵਿੱਚ ਪਲਟ ਕੇ ਪੂਰਾ ਸੰਸਾਰ ਦੁਖੀ ਹੁੰਦਾ ਹੈ। ਤੂੰ ਜੇ ਜਗਤ ਵੱਲ ਵੇਖੇ ਫਿਰ ਉਹਦੀ ਸ਼ਰਨ ਵਿੱਚ ਜਾ ਜਿਹਨੇ ਜਗਤ ਬਣਾਇਆ। ਹਰ ਕੇ ਨਾਮ ਬਿਨਾ ਦੁਖ ਪਾਵੇ, ਭਗਤ ਬਿਨਾ ਸਹਿਸਾ ਨ ਚੁੱਕੈ, ਗੁਰ ਇਹ ਭੇਦ ਬਤਾਵੇ। ਅੱਜ ਗੁਰੂ ਅਮਰਦਾਸ ਮਹਾਰਾਜ ਬਚਨ ਕਹਿੰਦੇ, ਜਿਨ੍ਹਾਂ ਨੂੰ ਸੋਝੀ ਪਈ ਜਗਤ ਜਲ ਰਿਹਾ ਦੁੱਖਾਂ ਵਿੱਚ, ਉਹ ਭੱਜ ਕੇ ਆਪਣੇ ਗੁਰੂ ਰੱਬ ਦੀ ਸ਼ਰਨ ਵਿੱਚ ਚਲੇ ਗਏ। ਅਰਦਾਸ ਕਰੀ ਗੁਰ ਪੂਰੇ ਆਗੈ, ਰਖ ਲੇਵੋ ਦੇਹੋ ਵਡਾਈ RAM। ਫਿਰ ਪਾਤਸ਼ਾਹ ਕਹਿੰਦੇ ਜਾਓ ਆਪਣੇ ਗੁਰੂ ਪੂਰੇ ਦੇ ਅੱਗੇ ਅਰਦਾਸ ਕਰੋ ਜਾ ਕੇ। ਅਰਦਾਸ ਕਰੀ ਗੁਰ ਪੂਰੇ ਅੱਗੇ, ਰਖ ਲੇਵੋ ਦੇਹੋ ਵਡਾਈ RAM। ਹੇ ਵਾਹਿਗੁਰੂ ਰੱਖ ਲਓ ਆਪਣੇ ਨਾਮ ਦੀ ਵਡਾਈ ਦਿਓ, ਕਿਉਂਕਿ ਨਾਮ ਤੋਂ ਬਗੈਰ ਇਹਨਾਂ ਦੁੱਖਾਂ ਤੋਂ ਬਚਿਆ ਨਹੀਂ ਜਾ ਸਕਦਾ। ਜਾ ਜਾ ਕੇ ਗੁਰੂ ਕੋਲੋਂ ਨਾਮ ਮੰਗ, ਉਹਦੇ ਚਰਨਾਂ 'ਚ ਅਰਦਾਸ ਕਰ ਜੇ ਦੁੱਖਾਂ ਤੋਂ ਬਚਣਾ। ਹੱਥ ਜੋੜ ਕੇ ਉਹਦੇ ਕੋਲੋਂ ਮੰਗ। ਇੱਕ ਵਾਰ ਸਾਰੇ ਚਿੱਤ ਜੋੜ ਕੇ ਅੰਦਰੋਂ ਮੰਗਿਓ। ਸਾਧ ਸੰਗਤ ਦੁਖੀ ਸਾਰੇ ਨੇ, ਬਾਹਰੋਂ ਕੋਈ ਬੰਦਾ ਸ਼ੋਅ ਨਾ ਕਰਿਓ, ਵੱਖਰੀ ਗੱਲ ਹੈ। ਵੱਡੇ ਵੱਡੇ ਲੋਕ ਅੰਦਰੋਂ ਦੁਖੀ। ਸੁੱਖਾਂ ਦਾ ਰਸਤਾ ਗੁਰੂ ਨੇ ਭੇਤ ਦੱਸਿਆ। ਆਓ ਇਸ ਸੀਕ੍ਰੇਟ ਨੂੰ, ਇਸ ਭੇਤ ਨੂੰ ਸਮਝ ਕੇ ਗੁਰੂ ਚਰਨਾਂ ਵਿੱਚ ਅਰਦਾਸ ਕਰਕੇ ਕਹੀਏ, ਪਾਤਸ਼ਾਹ ਤੁਹਾਡੇ ਚਰਨਾਂ ਵਿੱਚ ਆਏ। ਜੇ ਲਿਖ ਕੇ ਦਿੱਤਾ ਕਿ ਪੂਰੇ ਗੁਰੂ ਦੇ ਅੱਗੇ ਅਰਦਾਸ ਕਰ, ਅਰਦਾਸ ਕਰੀ ਗੁਰ ਪੂਰੇ ਅੱਗੇ, ਰਖ ਲੇਵੋ ਦਿਓ ਵਡਾਈ RAM। ਫਿਰ ਪੂਰਾ ਗੁਰੂ ਸਾਹਮਣੇ ਪ੍ਰਕਾਸ਼ਮਾਨ ਹੈ। ਮੰਗੀਏ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਚੋਂ। ਹੱਥ ਜੋੜ ਕੇ ਕਹੋ ਇੱਕ ਵਾਰ, ਮਿਲ ਮੇਰੇ ਗੋਵਿੰਦ, ਮਿਲ ਮੇਰੇ ਗੋਵਿੰਦ, ਆਪਣਾ ਨਾਮ ਦੇਹੋ। ਮਿਲ ਮੇਰੇ ਗੋਵਿੰਦ, ਮਿਲ ਮੇਰੇ ਗੋਵਿੰਦ, ਆਪਣਾ ਨਾਮ ਦੇਹੋ। ਮਿਲ ਮੇਰੇ ਗੋਬਿੰਦ, ਮਿਲ ਮੇਰੇ ਗੋਬਿੰਦ, ਗੱਜ ਕੇ ਆਪਣਾ ਨਾਮ ਦੇਹੋ। ਮਿਲ ਮੇਰੇ ਗੋਬਿੰਦ, ਮਿਲ ਮੇਰੇ ਗੋਬਿੰਦ, ਆਪਣਾ ਨਾਮ ਦੇਹੋ। ਸਾਰੇ ਮੰਗੋ। ਨਾਮ ਬਿਨਾ ਤ੍ਰਿਗ ਤ੍ਰਿਗ ਅਸਨੇ ਹੋ, ਨਾਮ ਬਿਨਾ ਤ੍ਰਿਗ ਤ੍ਰਿਗ ਅਸਨੇ ਹੋ, ਨਾਮ ਬਿਨਾ ਤ੍ਰਿਗ ਤ੍ਰਿਗ ਅਸਨੇ ਹੋ, ਨਾਮ ਬਿਨਾ ਤ੍ਰਿਗ ਤ੍ਰਿਗ ਅਸਨੇ ਹੋ। ਮਿਲ ਮੇਰੇ ਗੋਵਿੰਦ, ਮਿਲ ਮੇਰੇ ਗੋਵਿੰਦ, ਆਪਣਾ ਨਾਮ ਦੇਹੋ। ਮਿਲ ਮੇਰੇ ਗੋਬਿੰਦ, ਮਿਲ ਮੇਰੇ ਗੋਬਿੰਦ, ਹਰ ਨਾਮ ਵਡਾਈ, ਤੁਧ ਜੀਵੜ ਅਵਰ ਨਾ ਦਾਤਾ। ਹੱਥ ਜੋੜ ਗੁਰੂ ਨੂੰ ਕਹਿਣਾ, ਪਾਤਸ਼ਾਹ ਆਪਣੀ ਸ਼ਰਨ ਵਿੱਚ ਰੱਖ ਲਓ। ਗੁਰੂ ਰਾਮਦਾਸ ਰੱਖੋ ਸ਼ਰਨਾਈ, ਗੁਰੂ ਰਾਮਦਾਸ ਰੱਖੋ ਸ਼ਰਨਾਈ, ਰੱਖ ਲੇਵੋ ਸ਼ਰਨਾਈ। ਹੇ ਵਾਹਿਗੁਰੂ ਆਪਣੀ ਸ਼ਰਨ ਵਿੱਚ ਰੱਖੋ, ਆਪਣੇ ਨਾਮ ਦੀ ਵਡਿਆਈ ਦਿਓ। ਤੁਹਾਡੇ ਤੋਂ ਵੱਡਾ ਦਾਤਾ ਕੌਣ ਹੈ? ਤੁਸੀਂ ਦਾਤਾਂ ਦੇਣ ਵਾਲੇ ਦਾਤੇ ਹੋ। ਸੇਵਾ ਲਾਗੇ ਸੇਵੜ ਭਾਗੇ, ਜੁਗ ਜੁਗ ਏਕੋ ਜਾਤਾ। ਕਹਿੰਦੇ ਫਿਰ ਗੁਰੂ ਤੇਰੇ ਤੇ ਤਰਸ ਕਰੇ, ਸੇਵਾ ਮੰਗ ਨਾਮ ਮੰਗ। ਫਿਰ ਗੁਰੂ ਨੇ ਉਹਨੂੰ ਸੇਵਾ ਵਿੱਚ ਲਾ ਦੇਣਾ, ਉਹ ਵੱਡੇ ਭਾਗਾਂ ਵਾਲਾ ਹੋ ਜਾਂਦਾ ਹੈ। ਜੁਗ ਜੁਗ ਏਕੋ ਜਾਤਾ, ਜਿਹੜਾ ਜੁਗਾਂ ਜੁਗੰਤਰਾਂ ਤੋਂ ਇੱਕ ਅਕਾਲ ਪੁਰਖ ਵਾਹਿਗੁਰੂ ਹੈ। ਜਤ ਸਤ ਸੰਜਮ ਕਰਮ ਕਮਾਵੇ, ਬਿਨ ਗੁਰ ਗਤ ਨਹੀਂ ਪਾਈ। ਕਹਿੰਦੇ ਭਾਈ ਇੱਕ ਗੱਲ ਦਾ ਹੋਰ ਖਿਆਲ ਰੱਖੀ, ਐਵੇਂ ਭੁਲੇਖੇ ਵਿੱਚ ਪੈ ਜਾਏ ਮੇਰਾ ਜਤ ਬਹੁਤ ਹੈ, ਸਤ ਬਹੁਤ ਹੈ, ਸੰਜਮ ਬਹੁਤ ਹੈ, ਮੈਂ ਤੇ ਸੱਚਾ ਬਹੁਤ। ਮੈਂ ਰਾਤ ਵੀ ਚਵਰਕੀ ਵਾਲੇ ਸਮਾਗਮਾਂ ਵਿੱਚ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੀ ਵਡਿਆਈ 'ਚ ਪੂਰੇ ਸ਼ਹਿਰ ਵਿੱਚ ਸਮਾਗਮ ਚੱਲਦੇ ਨੇ ਹਰੇਕ ਸਾਲ। ਰਾਤ ਵੀ ਬੇਨਤੀ ਕਹੀ, ਕੋਈ ਬੰਦਾ ਦਾਵਾ ਕਰੇ ਕਿ ਮੇਰੇ ਵੱਲ ਕੋਈ ਉਂਗਲ ਕਰਕੇ ਵਿਖਾਵੇ, ਉਹ ਮੇਰਾ ਜੀਵਨ ਬਹੁਤ ਉੱਚਾ ਹੈ। ਕੋਈ ਕਵੇ ਮੇਰੇ ਆਚਰਣ ਤੇ ਮੇਰੇ ਵੱਲ ਕੋਈ ਉਂਗਲ ਕਰਕੇ ਵਿਖਾਵੇ, ਮੇਰੇ 'ਚ ਕੋਈ ਨੁਕਸ ਕੱਢ ਕੇ ਵਿਖਾਏ। ਇਹ ਯਾਦ ਰੱਖਿਓ, ਸਿੱਖ ਕਦੇ ਆਪਣੇ ਆਚਰਣ ਤੇ ਮਾਣ ਨਾ ਕਰੇ। ਹਾਂ, ਸਿੱਖ ਆਪਣੇ ਗੁਰੂ ਉੱਤੇ ਮਾਣ ਜ਼ਰੂਰ ਕਰੇ। ਜਿਨ੍ਹਾਂ ਲੋਕਾਂ ਨੇ ਮਾਣ ਹੰਕਾਰ ਕਰਕੇ ਕਿਹਾ ਮੇਰੇ ਵੱਲ ਕੋਈ ਉਂਗਲ ਕਰਕੇ ਵਿਖਾਏ, ਜਿੱਦਣ ਮੇਰੇ ਗੁਰੂ ਨੇ ਸਿਰ ਤੋਂ ਹੱਥ ਚੁੱਕ ਲਿਆ, ਉਦਣ ਦੁਨੀਆ ਦੀਆਂ ਸਾਰੀਆਂ ਉਂਗਲਾਂ ਬੰਦੇ ਵੱਲ ਹੋ ਗਈ। ਉਨੀ ਦੇਰ ਵਾਕਿਆ ਨਹੀਂ ਕੋਈ ਉਂਗਲ ਕਰ ਸਕਦਾ ਜਿੰਨੀ ਦੇਰ ਗੁਰੂ ਦਾ ਮਿਹਰ ਦਾ ਹੱਥ ਸਿਰ ਤੇ ਹੈ। ਜਦੋਂ ਗੁਰੂ ਮਿਹਰ ਦਾ ਹੱਥ ਚੁੱਕ ਲਏ,
ਦੁਨੀਆ ਦੀਆਂ तमाम ਉਂਗਲਾਂ ਬੰਦਿਆਂ ਵੱਲ ਹੋ ਜਾਂਦੀਆਂ ਨੇ। ਇਸ ਲਈ ਸਿੱਖ ਨੇ ਭੈ ਵਿੱਚ ਰਹਿਣਾ, ਅਰਦਾਸ ਕਰਨੀ। ਅੱਜ ਮਹਾਰਾਜ ਕਹਿੰਦੇ ਮਾਣ ਨਾ ਕਰੀ, ਬਿਨ ਗੁਰ ਗਤ ਨਹੀਂ ਪਾਈ, ਗੁਰੂ ਤੋਂ ਬਗੈਰ ਤੇਰੀ ਗਤੀ ਨਹੀਂ ਹੋਏਗੀ। ਨਾਨਕ ਤਿਸਨੋ ਸ਼ਬਦ 부ਝਾਏ, ਜੋ ਜਾਏ ਪਵੈ ਹਰਿ ਸਰਨਾਈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸ ਪਦੇ ਦੀ ਸਮਾਪਤੀ ਤੇ ਹਜ਼ੂਰ ਕਹਿੰਦੇ ਭਾਈ ਗੁਰੂ ਸ਼ਬਦ, ਗੁਰੂ ਉਹਨੂੰ ਬੁਝਾਉਂਦਾ, ਭਾਵ ਸਮਝਾਉਂਦਾ ਜਿਹੜਾ ਉਹਦੀ ਸ਼ਰਨ ਵਿੱਚ ਜਾ ਕੇ ਪੈ ਜਾਏ। ਸ਼ਰਨ 'ਚ ਪੈਣ ਦਾ ਅਰਥ ਹੈ ਵੀ ਸਰੈਂਡਰ ਕਰ ਦੇਣਾ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਜਦੋਂ ਸ਼ਰਨ ਵਿੱਚ ਆ ਕੇ ਡਿੱਪੇ ਉਦੋਂ ਫਿਰ ਮਹਾਰਾਜ ਨੇ ਬਚਨ ਕਹੇ, ਉਹਨੂੰ ਗੁਰੂ ਸ਼ਬਦ ਭਾਵ ਆਪਣਾ ਹੁਕਮ ਸਮਝਾਉਂਦਾ ਹੈ। ਜੋ ਹਰ ਮਤ ਦੇ ਸਾ ਉਪਜੈ, ਹੋਰ ਮਤ ਨਾ ਕਾਈ RAM। ਕਹਿੰਦੇ ਫਿਰ ਉਹ ਸਿੱਖ ਦੀ ਜੀਵਨ ਜਾਂਚ ਇਦਾਂ ਦੀ ਹੋ ਜਾਂਦੀ ਹੈ, ਉਹ ਕਹਿੰਦਾ ਜੋ ਗੁਰੂ ਨੇ ਮੱਤ ਦਿੱਤੀ ਉਹੀ ਉਪਜ ਰਹੀ। ਮੇਰੀ ਹੁਣ ਆਪਣੀ ਕੋਈ ਮੱਤ ਨਹੀਂ ਹੈ, ਹੋਰ ਕੋਈ ਮੱਤ ਨਹੀਂ ਹੈ, ਹੋਰ ਮੱਤ ਨਾ ਕਾਈ RAM। ਸਿਰਫ ਗੁਰੂ ਦੀ ਮੱਤ ਨਾਲ ਉਹ ਚੱਲਣ ਲੱਗ ਪੈਂਦਾ। ਆਪਣੀ ਮੱਤ ਨਾਲ ਆਪਾਂ 10 ਵਜੇ ਵੀ ਉੱਠ ਸਕਦੇ ਹਾਂ, ਜਿੱਦਣ ਗੁਰੂ ਦੀ ਮੱਤ ਲਾਉਂਗੇ ਗੁਰੂ ਕਹੇਗਾ ਚਾਲਾਂਗੇ ਉੱਠ ਨਾਮ ਜਪ। ਨਿਸਵਸਰ ਆਰਾਧ, ਆਪਣੀ ਮਰਜ਼ੀ ਨਾਲ ਜੋ ਮਰਜ਼ੀ ਤੁਸੀਂ ਖਾਓ, ਜਿੱਦਣ ਗੁਰੂ ਦੀ ਮੱਤ ਨਾਲ ਚੱਲੋਗੇ ਗੁਰੂ ਕਹੇਗਾ ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੇ ਤਨ ਪੀੜੀਏ ਮਨ ਮੈਂ ਚੱਲੇ ਵਿਕਾਰ। ਗੁਰੂ ਦੀ ਮੱਤ ਜਦੋਂ ਆ ਜਾਏ ਉਦੋਂ ਹੋਰ ਕੋਈ ਮੱਤ ਫਿਰ ਨਹੀਂ ਰਹਿੰਦੀ। ਅੰਤਰ ਬਾਹਰ ਏਕ ਤੂੰ, ਆਪੇ ਦੇਹ 부ਝਾਈ RAM। ਕਹਿੰਦੇ ਅੰਦਰ ਬਾਹਰ ਸਭ ਕੁਝ ਇੱਕ ਅਕਾਲ ਪੁਰਖ ਵਾਹਿਗੁਰੂ ਆਪ ਵਰਤਣ ਲੱਗ ਪੈਂਦਾ। ਬੁਝਾਈ ਦਾ ਅਰਥ ਹੈ ਅਕਲ। ਉਸ ਗੁਰੂ ਨੇ ਆਪੇ ਹੀ ਆਪਣੀ ਬੁਝਾਈ ਭਾਵ ਅਕਲ ਬਖਸ਼ ਦਿੱਤੀ ਹੈ, ਜਿਹੜੀ ਸਿੱਖ ਨੇ ਜਪਜੀ ਸਾਹਿਬ ਪੜ੍ਹ ਕੇ ਮੰਗੀ ਸੀ। ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਆਪੇ ਦੇ ਬੁਝਾਈ RAM, ਉਹ ਰੱਬ ਨੇ ਗੁਰੂ ਨੇ ਫਿਰ ਆਪੇ ਹੀ ਅਕਲ ਬਖਸ਼ ਦਿੱਤੀ ਹੈ। ਆਪੇ ਦੇਹ 부ਝਾਈ, ਅਵਰ ਨਾ ਭਾਈ, ਗੁਰਮੁਖ ਹਰ ਰਸ ਚਾਖਿਆ। ਕਹਿੰਦੇ ਜਦੋਂ ਗੁਰੂ ਨੇ ਮਤ ਬਖਸ਼ਿਸ਼ ਕੀਤੀ, ਅਕਲ ਬਖਸ਼ ਦਿੱਤੀ, ਬੁਝਾਈ ਕਰ ਦਿੱਤੀ, ਉਦੋਂ ਫਿਰ ਗੁਰਮੁਖ ਹਰ ਰਸ ਚਾਖਿਆ। ਗੁਰੂ ਦੇ ਰਾਹੀਂ ਉਹ ਸਿੱਖ ਨੇ ਉਸ ਰਸ ਨੂੰ ਚੱਖ ਲਿਆ, ਜਿਸ ਰਸ ਨੂੰ ਮੰਨਣ ਤੋਂ ਬਾਅਦ ਦੁਨੀਆ ਦੇ ਸਾਰੇ ਸਵਾਦ ਫਿੱਕੇ ਪੈ ਜਾਂਦੇ ਨੇ। ਪਹਿਲਾਂ ਜਗਤ ਮਿੱਠਾ ਲੱਗਦਾ, ਜਦੋਂ ਨਾਮ ਜਪਣ ਲੱਗ ਜਾਓ ਸਾਰੇ ਰਸ ਫਿੱਕੇ ਪੈ ਜਾਣਗੇ। ਫਰੀਦਾ ਸ਼ੱਕਰ ਖੰਡ ਨੇ ਮਹਤ ਗੁੜ, ਮੱਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਨ ਤੁਧ। ਜਦੋਂ ਗੁਰੂ ਨੇ ਬਖਸ਼ਿਸ਼ ਕੀਤੀ ਫਿਰ ਗੁਰਮੁਖ ਹਰ ਰਸ ਚੱਖਿਆ, ਉਹ ਰਸ ਫਿਰ ਗੁਰੂ ਆਪ ਚਖਾ ਦਿੰਦਾ ਹੈ। ਦਰ ਸਾਚੈ ਸਦਾ ਹੈ ਸਾਚਾ, ਸਾਚੈ ਸ਼ਬਦ ਸੁਭਾਖਿਆ। ਕਹਿੰਦੇ ਫਿਰ ਉਹ ਸੱਚੇ ਦਰ ਉੱਤੇ ਉਹਦੀ ਥਾਂ ਪੈਂਦੀ ਹੈ, ਉਹਨੂੰ ਗੁਰੂ ਸ਼ਬਦ ਨਾਲ, ਸੱਚ ਸ਼ਬਦ ਸੁਭਾਖਿਆ ਦਾ ਅਰਥ ਹੈ ਸੱਚੇ ਸ਼ਬਦ ਹੁਕਮ ਨਾਲ ਗੁਰੂ ਜੋੜ ਦਿੰਦਾ। ਉਹ ਸਿੱਖ ਫਿਰ ਸੰਸਾਰ ਦੇ ਆਵਾਗੌਣ ਹੇਤ ਪਲਚ ਵਿੱਚੋਂ ਨਿਕਲ ਜਾਂਦਾ, ਰਹਿੰਦਾ ਵਿੱਚ ਹੀ ਹੈ, ਪਰ ਇਹਦਾ ਅਸਰ ਹੋਣਾ ਉਹਦੇ ਉੱਤੇ ਹਟ ਜਾਂਦਾ ਹੈ। ਘਰ ਮਹਿ ਨਿਜ ਘਰ ਪਾਇਆ, ਸਤਿਗੁਰ ਦੇ ਵਡਾਈ। ਦੇਖੋ ਬੜੀ ਕਮਾਲ ਦੀ ਗੱਲ ਹੈ। ਕਹਿੰਦੇ ਘਰ ਮੈਂ ਨਿਜ ਘਰ ਪਾਇਆ, ਹਿਰਦੇ ਘਰ ਵਿੱਚ ਅੰਦਰ ਉਹ ਰੱਬ ਦਾ ਘਰ ਪਾ ਲਿਆ ਜਿੱਥੇ ਉਹ ਰਹਿੰਦਾ। ਦੂਰ ਤਾਂ ਹੈ ਨਹੀਂ ਸੀ। ਕੋਈ ਕਹਿੰਦਾ ਸੀ ਮੱਕੇ 'ਚ ਰਹਿੰਦਾ, ਕੋਈ ਕਹਿੰਦਾ ਇੱਧਰ ਰਹਿੰਦਾ। ਦੱਖਣ ਦੇਸ਼ ਹਰੀ ਕਾ ਵਾਸਾ, ਪੱਛਮ ਅੱਲੇ ਮੁਕੰਮਾ। ਹੁਣ ਗੁਰੂ ਨੇ ਕਿਰਪਾ ਕੀਤੀ, ਸੋਝੀ ਆ ਗਈ। ਦਿਲ ਮੈਂ ਖੋਜ ਦਿਲੇ ਦਿਲ ਖੋਜੋ, ਇਹੀ ਠੌਰ ਮੁਕੰਮਾ। ਘਰ ਮੈਂ ਨਿਜ ਘਰ ਪਾਇਆ, ਹਿਰਦੇ ਘਰ ਵਿੱਚ ਹੀ ਉਹ ਰੱਬ ਦਾ ਨਿਜ ਘਰ ਪ੍ਰਾਪਤ ਹੋ ਗਿਆ। ਔਰ ਪਾਤਸ਼ਾਹ ਨੇ ਬਚਨ ਕਹੇ, ਇਹ ਸਤਿਗੁਰੂ ਨੇ ਵਡਿਆਈ ਦਿੱਤੀ ਹੈ, ਸਤਿਗੁਰ ਦੇ ਵਡਾਈ, ਇਹ ਗੁਰੂ ਨੇ ਕਿਰਪਾ ਤਰਸ ਕੀਤਾ ਹੈ। ਨਾਨਕ ਜੋ ਨਾਮ ਰਤੇ ਸੇਈ ਮਹਿਲ ਪਾਇਨ, ਮਤ ਪਰਵਾਨ ਸਚ ਸਾਈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹਜ਼ੂਰ ਅਖੀਰ ਕਹਿੰਦੇ ਜੋ ਨਾਮ ਵਿੱਚ ਰਤੇ ਸਹੀ ਮਹਿਲ ਪਾਇਨ, ਉਹਨਾਂ ਨੂੰ ਰੱਬ ਦੇ ਘਰ ਵਿੱਚ ਥਾਂ ਮਿਲ ਗਈ। ਅੱਗੇ ਕਿਹਾ ਭਾਈ ਮਤ ਪਰਵਾਨ ਸਚ ਸਾਈ, ਉਹਨਾਂ ਦੀ ਮਤ ਰੱਬ ਦੀ ਦਰਗਾਹ ਵਿੱਚ ਸਾਈਂ ਨੇ ਪ੍ਰਵਾਨ ਕਰ ਲਈ। ਉਹਨਾਂ ਦਾ ਕੀਤਾ ਹੋਇਆ ਸਭ ਕੁਝ ਪ੍ਰਵਾਨ ਹੋ ਗਿਆ। ਜਿੱਦਣ ਆਪਣੇ ਮਨ ਦਾ ਮਾਣ ਛੱਡ ਕੇ ਜਪਣ ਲੱਗ ਪਏ, ਉਦਣ ਜੇ ਬਾਹਰੋਂ ਭੁੱਲ ਚੁੱਕ ਬੋਲਦੇ ਭੀ ਖਰੇ ਹਰ ਭਾਣੇ, ਜੇ ਕੋਈ ਬਾਹਰੋਂ ਭੁੱਲ ਚੁੱਕ ਵੀ ਹੋ ਜਾਏ ਗੁਰੂ ਤਾਂ ਵੀ ਬਖਸ਼ ਦਿੰਦਾ। ਕਿਉਂਕਿ ਹੁਣ ਮਤ ਆਪਣੀ ਨਹੀਂ ਨਾ ਹੈ। ਮਤ ਜਦੋਂ ਉਹਦੀ ਆ ਜਾਏ
ਫਿਰ ਗੁਰੂ ਸਾਰਾ ਕੁਝ ਬਖਸ਼ ਦਿੰਦਾ। ਜਿਸ ਧੰਨ ਗੁਰੂ ਰਾਮਦਾਸ ਮਹਾਰਾਜ ਪਿਤਾ ਜੀ ਦੇ ਚਰਨਾਂ 'ਚ ਬੈਠੇ ਹੋ, ਸਾਧ ਸੰਗਤ ਪਾਤਸ਼ਾਹ ਨੇ ਇੱਕੋ ਚੀਜ਼ ਸਿਖਾਈ ਹੈ, ਸਿੱਖਾ ਜਿੰਨੀ ਨਿਮਰਤਾ ਵਿੱਚ ਨੀਵਾਂ ਹੋ ਕੇ ਝੁਕ ਜਾਏਗਾ, ਤੈਨੂੰ ਗੁਰੂ ਉਨਾ ਹੀ ਉੱਚਾ ਅਹੁਦਾ ਦੇ ਦੇਗਾ। ਇਹ ਗੱਲ ਬਾਬਾ ਸ਼੍ਰੀ ਚੰਦ ਸਾਹਿਬ ਨੇ ਕਹੀ ਸੀ ਗੁਰੂ ਰਾਮਦਾਸ ਮਹਾਰਾਜ। ਗੁਰੂ ਅੰਗਦ ਦੇ ਮਹਾਰਾਜ ਹੁਕਮ ਮੰਨ ਕੇ ਲੈ ਗਏ ਗੁਰੂ ਦੀ ਗੱਦੀ। ਧੰਨ ਗੁਰੂ ਅਮਰਦਾਸ ਮਹਾਰਾਜ ਟਹਿਲ ਸੇਵਾ ਕਮਾ ਕੇ ਗੱਦੀ ਲੈ ਗਏ। ਹੇ ਗੁਰੂ ਰਾਮਦਾਸ, ਤੇਰੀ ਨਿਮਰਤਾ ਨੇ ਸਾਡਾ ਘਰ ਲੁੱਟ ਲਿਆ। ਤੁਸੀਂ ਨਿਮਰਤਾ ਵਿੱਚ ਇੰਨੇ ਝੁਕ ਗਏ, ਗੁਰੂ ਨਾਨਕ ਦੇ ਘਰ ਦਾ ਸਭ ਕੁਝ ਤੁਸੀਂ ਲੈ ਗਏ। ਜੋ ਮੇਰੇ ਵਿੱਚ ਸੀ ਮਾੜਾ ਮੋਟਾ, ਜੋ ਵੀ ਤੁਸੀਂ ਖੋ ਕੇ ਲੈ ਗਏ। ਨਿਮਰਤਾ ਇੰਨੀ ਵੱਡੀ ਚੀਜ਼ ਹੈ। ਜਦੋਂ ਬਾਬਾ ਸ਼੍ਰੀ ਚੰਦ ਸਾਹਿਬ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੇ ਦਰਸ਼ਨ ਕਰਨ ਆਏ ਨਾ, ਮਨ ਵਿੱਚ ਇਹ ਚਿੱਤ 'ਚ ਆਇਆ। ਕਿਸੇ ਨੇ ਕਿਹਾ ਜੀ ਉਹ ਘੁੰਗਣੀਆਂ ਵੇਚਣ ਵਾਲਾ ਕੋਈ ਯਤੀਮ ਜੇਠਾ ਹੈ, ਉਹ ਗੁਰੂ ਨਾਨਕ ਸਾਹਿਬ ਦੀ ਗੱਦੀ ਦਾ ਚੌਥਾ ਪਾਤਸ਼ਾਹ ਬਣ ਗਿਆ। ਬਾਠ ਪਿੰਡ ਤੋਂ ਉੱਠੇ, ਕਹਿਣਗੇ ਚਲੋ ਵੇਖੀਏ ਜਾ ਕੇ। ਧੰਨ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਚਾਹੇ ਸੰਗਤ ਜੁੜੀ ਹੈ। ਲੰਬਾ ਉੱਚਾ ਸਰੀਰ, ਬਿਰਧ ਸਰੀਰ ਹੈ, ਲੰਬੀਆਂ ਜਟਾਵਾਂ ਨੇ, ਮਹਾਂ ਤਪਸਵੀ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਵੱਡੇ ਸਪੁੱਤਰ ਜਦੋਂ ਗੁਰੂ ਰਾਮਦਾਸ ਮਹਾਰਾਜ ਦੇ ਸਾਹਮਣੇ ਆਏ, ਧੰਨ ਗੁਰੂ ਰਾਮਦਾਸ ਮਹਾਰਾਜ ਅਦਬ ਨਾਲ ਹੱਥ ਜੋੜ ਕੇ ਖਲੋ ਗਏ। ਸੰਗਤ ਵੇਖੇ ਕੌਣ ਆਇਆ। ਵਿੱਚੋਂ ਬਿਰਧ ਸਿੱਖਾਂ ਨੇ ਵੇਖ ਕੇ ਕਿਹਾ ਗੁਰੂ ਨਾਨਕ ਸਾਹਿਬ ਦੇ ਵੱਡੇ ਪੁੱਤਰ ਨੇ, ਕਿਉਂਕਿ ਬਹੁਤ ਲੰਬੀ ਉਮਰ ਹੈ। ਗੁਰੂ ਨਾਨਕ ਸਾਹਿਬ ਦੇ ਵੱਡੇ ਸਪੁੱਤਰ ਨੇ। ਨਵੀਂ ਸੰਗਤ ਨਹੀਂ ਸੀ ਜਾਣਦੀ। ਬਿਰਧ ਸ਼ਰੀਰ ਬਾਬਾ ਬੁੱਢਾ ਸਾਹਿਬ ਹੋਰ ਸਿੱਖਾਂ ਨੇ ਕਿਹਾ ਗੁਰੂ ਨਾਨਕ ਸਾਹਿਬ ਦੇ ਸਪੁੱਤਰ ਆਏ ਨੇ। ਗੁਰੂ ਰਾਮਦਾਸ ਅਦਬ ਨਾਲ ਹੱਥ ਜੋੜ ਕੇ ਖਲੋ ਗਏ। ਅੱਗੋਂ ਬਾਬਾ ਸ਼੍ਰੀ ਚੰਦ ਕਹਿੰਦੇ ਨੇ, ਤੁਈਓ ਗੁਰੂ ਰਾਮਦਾਸ ਹੈ। ਉਮਰ ਵਿੱਚ ਵੀ ਵੱਡੇ ਨੇ ਨਾ। ਤੁਈਓ ਗੁਰੂ ਰਾਮਦਾਸ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਬੋਲੇ, ਜੀ ਮੈਨੂੰ ਹੀ ਗੁਰੂ ਨਾਨਕ ਦੇ ਘਰ ਦਾ ਚੱਕਰ ਗੁਰੂ ਰਾਮਦਾਸ ਕਹਿੰਦੇ ਨੇ। ਬਾਬਾ ਸ਼੍ਰੀ ਚੰਦ ਸਾਹਿਬ ਬੋਲੇ, ਇੰਨਾ ਲੰਬਾ ਦਾੜਾ ਵਧਾਇਆ ਗੁਰੂ ਰਾਮਦਾਸ ਕਾਹਦੇ ਵਾਸਤੇ? ਬਸ ਇੱਕੋ ਹੀ ਬੋਲ ਕਹਿਣ ਦੀ ਦੇਰ ਸੀ। ਸਾਹਮਣੇ ਖਲੋਤਾ 6.5 ਫੁੱਟ ਦਾ ਮਹਾਨ ਤਪਸਵੀ ਧੰਨ ਬਾਬਾ ਸ਼੍ਰੀ ਚੰਦ ਉਸੇ ਵਕਤ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ 'ਚ ਝੁਕ ਗਏ। ਧੰਨ ਗੁਰੂ ਰਾਮਦਾਸ ਮਹਾਰਾਜ ਬੋਲੇ, ਕਹਿੰਦੇ ਜੀ ਤੁਹਾਡੇ ਵਰਗੇ ਸਾਧੂਆਂ ਦੇ ਚਰਨ ਝਾੜਨ ਵਾਸਤੇ। ਬਸ ਕਹਿਣ ਦੀ ਦੇਰ ਸੀ। ਅੰਦਰੋਂ ਹਿਰਦਾ ਫਿਸਿਆ, ਝੁਕ ਗਿਆ ਸਿਰ। ਭਾਈ ਸੰਤੋਖ ਸਿੰਘ ਹੋਰਾਂ ਪ੍ਰਸੰਗ ਲਿਖਿਆ ਉਹਦਾ। ਉਹ ਲਿਖਦੇ ਨੇ, ਜਦੋਂ ਬਾਬਾ ਸ਼੍ਰੀ ਚੰਦ ਸਾਹਿਬ ਆਏ, ਸ਼੍ਰੀ ਚੰਦ ਤਬ ਗਿਰਾ ਉਚਾਰੀ, ਕਾਹੇ ਵਧਾਇਓ ਦਾੜੀ ਭਾਰੀ। ਅੱਗੋਂ ਗੁਰੂ ਰਾਮਦਾਸ ਮਹਾਰਾਜ ਦਾ ਬਚਨ ਸੁਣਿਆ। ਕਹਿੰਦੇ ਰਾਮਦਾਸ ਗੁਰ ਨਿਮਰ ਹਵੈ ਕੈ, ਤਿਨ ਕੇ ਚਰਨ ਪੁੱਛਨੇ ਕਾਰਣ, ਇਮ ਕਹਿ ਲੱਗੇ ਚਰਨ ਤੇ ਝਾੜਨ। ਜਦੋਂ ਕਿਹਾ ਤੁਹਾਡੇ ਵਰਗਿਆਂ ਦੇ ਚਰਨ ਝਾੜਨ ਲਈ, ਉਦੋਂ ਬਾਬੇ ਸ਼੍ਰੀ ਚੰਦ ਤੋਂ ਖਲੋਇਆ ਨਾ ਗਿਆ। ਇੱਕਦਮ ਹਿਰਦਾ ਫਿਸਿਆ ਸੀ, ਝੁਕ ਗਿਆ। ਹੱਥ ਜੋੜ ਕੇ ਅੱਖਾਂ ਭਰ ਕੇ ਕਿਹਾ, ਹੇ ਗੁਰੂ ਰਾਮਦਾਸ, ਅਸੀਂ ਵੇਖਣ ਆਏ ਸੀ ਉਹ ਘੁੰਗਣੀਆਂ ਵੇਚਣ ਵਾਲਾ ਚੌਥਾ ਪਾਤਸ਼ਾਹ ਕਿਵੇਂ ਹੋ ਗਿਆ। ਅੱਜ ਵੇਖਿਆ ਤੁਹਾਡੀ ਨਿਮਰਤਾ ਨੇ ਸਾਡਾ ਸਭ ਕੁਝ ਲੁੱਟ ਲਿਆ। ਸਤਿ ਸ੍ਰੀ ਅਕਾਲ। ਫਿਰ ਸ਼੍ਰੀ ਚੰਦ ਸਾਹਿਬ ਕੀ ਬੋਲੇ ਸੁਣਿਓ। ਕਹਿੰਦੇ ਸ਼੍ਰੀ ਚੰਦ ਖੁਸ਼ ਹੋਏ ਉਚਾਰਾ, ਇਸੀ ਤੌਰ ਘਰ ਲੁੱਟਿਓ ਹਮਾਰਾ। ਜੋ ਬਾਕੀ ਥੀ ਕੁਛ ਮੋਹ ਮੈਂ, ਸੋ ਪਿਛੀਨ ਲਈ ਸਭ ਤੋਂ ਨੇ। ਜਿਹੜੀ ਮੇਰੇ ਵਿੱਚ ਮਾੜੀ ਮੋਟੀ ਕੋਈ ਕਰਾਮਾਤ ਸੀ, ਗੁਰੂ ਰਾਮਦਾਸ ਅੱਜ ਸਭ ਕੁਝ ਤੁਸੀਂ ਖੋਲਿਆ। ਉਸ ਤੋਂ ਬਾਅਦ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਇੱਥੋਂ ਖਲੋ ਕੇ ਹਰਮੰਦਰ ਸਾਹਿਬ ਦੇ ਉਹ ਸਰੋਵਰ ਜਿੱਥੇ ਤੁਸੀਂ ਦਰਸ਼ਨ ਕਰਦੇ, ਇਸ ਸਰ ਭਾਵ ਸਰੋਵਰ ਵੱਲ ਵੇਖ ਕੇ ਕਿਹਾ, ਹੇ ਗੁਰੂ ਰਾਮਦਾਸ, ਤੇਰੇ ਦਰਸ਼ਨ ਕਰਕੇ ਤਾਂ ਦੁਨੀਆ ਦਾ ਪਾਰ ਉਤਾਰਾ ਹੋਏਗਾ। ਇਹ ਵੀ ਸੱਚ ਹੈ ਗੁਰੂ ਰਾਮਦਾਸ, ਤੇਰੇ ਸਰੋਵਰ ਵਿੱਚ ਕੋਈ ਇਸ਼ਨਾਨ ਕਰ ਲੈ, ਉਹਦੇ ਵੀ ਪਾਪ ਉਤਰ ਜਾਣਗੇ। ਗੁਰੂ ਰਾਮਦਾਸ ਸਤਿ ਸ੍ਰੀ ਅਕਾਲ। ਹੱਥ ਜੋੜ ਬਾਬਾ ਸ਼੍ਰੀ ਚੰਦ ਸਾਹਿਬ ਬੋਲੇ ਗੁਰੂ ਰਾਮਦਾਸ ਮਹਾਰਾਜ ਹੱਥ ਜੋੜ ਕੇ ਕਹਿੰਦੇ ਨੇ, ਤੁਮਰੀ ਮਹਿਮਾ ਅਧਿਕ ਹੈ, ਕਈ ਹੈ ਕਹਾਂ ਬਨਾਏ, ਤੁਮਰੇ ਸਰ ਮੈਂ ਜੋ ਮਜੈ, ਪਾਪੀ ਭੀ ਗਤ ਪਾਹੇ। ਗੁਰੂ ਰਾਮਦਾਸ ਤੁਹਾਡੀ ਮਹਿਮਾ ਕਹਿਣ ਤੋਂ ਬਾਹਰ ਹੈ।
ਤੁਹਾਡੇ ਤਾਂ ਜਿਹੜਾ ਸਰੋਵਰ ਵਿੱਚ ਵੀ ਇਸ਼ਨਾਨ ਕਰ ਲਿਓ ਪਾਪੀਆਂ ਦੀ ਗਤੀ ਹੋ ਜਾਏਗੀ। ਤੁਮਰੀ ਮਹਿਮਾ ਅਧਿਕ ਹੈ, ਕਹੀਏ ਕਹਾਂ ਬਣਾਏ, ਤੁਮਰੇ ਸਰ ਮੈਂ ਜੋ ਮਜੈ, ਪਾਪੀ ਭੀ ਗਤ ਪਾਹੇ। ਤੇਰੇ ਸਰੋਵਰ ਵਿੱਚ ਨਹਾਉਣ ਵਾਲੇ ਪਾਪੀਆਂ ਦਾ ਵੀ ਉਦਾਰ ਹੋ ਜਾਏਗਾ। ਸਾਧ ਸੰਗਤ, ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਪ੍ਰਕਾਸ਼ ਪੁਰਬ ਸ਼ੁਰੂ ਹੋ ਗਿਆ। ਤੁਸੀਂ ਇਹ ਰਹਿੰਦੇ ਦਿਨ ਬੜਾ ਆਨੰਦ ਮਾਣਨਾ ਹੈ। ਕੱਲ ਦੀ ਇੱਕ ਸਾਖੀ ਜਿਹੜੀ ਰਹਿ ਗਈ ਸੀ ਉਹਨੂੰ ਮੈਂ ਕੰਪਲੀਟ ਕਰਨਾ ਥੋੜੇ ਮਿੰਟਾਂ। ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੀ ਮਹਿਮਾ ਫੈਲ ਗਈ ਕਿ ਤਖਤ ਸਿੰਘਾਸਣ ਤੇ ਕੋਈ ਬੈਠਾ ਘੁੰਗਣੀਆਂ ਵੇਚਣ ਵਾਲਾ, ਜਿਹਨੂੰ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਨੇ ਵਡਿਆਈ ਦਿੱਤੀ। ਘੁੰਗਣੀਆਂ ਵੇਚਦਿਆਂ ਗੁਰੂ ਅਮਰਦਾਸ ਮਹਾਰਾਜ ਦੀ ਕਿਰਪਾ ਦੇ ਪਾਤਰ ਹੋ ਗਏ। ਇੱਕ ਦਿਨ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਮਹਾਰਾਜ ਨੇ ਬਾਬਾ ਬੁੱਢਾ ਸਾਹਿਬ ਨੂੰ ਕਿਹਾ ਸੀ, ਕਹਿੰਦੇ ਬਾਬਾ ਬੁੱਢਾ ਸਾਹਿਬ, ਇਹ ਜਿੱਠੇ ਦੀ ਨਾਨੀ ਦੇ ਘਰ ਦਾ ਪਤਾ ਤੁਹਾਨੂੰ? ਕਹਿਣਗੇ ਹਾਂ ਮਹਾਰਾਜ, ਉਹ ਲਹਿੰਦੇ ਪਾਸੇ ਛੰਨ ਵਿੱਚ ਤੇ ਰਹਿੰਦੇ ਨੇ ਉੱਥੇ। ਕਹਿਣਗੇ ਜਾਓ ਫਿਰ ਉਹਨੂੰ ਬੁਲਾ ਕੇ ਲਿਆਓ। ਬਾਬਾ ਬੁੱਢਾ ਸਾਹਿਬ ਸੱਦਣ ਗਏ, ਜਾ ਕੇ ਕਿਹਾ ਮਾਈ ਤੈਨੂੰ ਗੁਰੂ ਅਮਰਦਾਸ ਮਹਾਰਾਜ ਨੇ ਬੁਲਾਇਆ, ਅੱਜ ਪਹਿਲੀ ਵਾਰ ਸੱਦਿਆ। ਹੱਥ ਜੋੜ ਉਹ ਬੁੱਢੜੀ ਮਾਈ ਕਹਿੰਦੀ ਹੈ ਬਾਬਾ ਬੁੱਢਾ ਸਾਹਿਬ ਮੈਨੂੰ ਕਿਉਂ ਸੱਦਿਆ? ਕਹਿਣਗੇ ਪਤਾ ਨਹੀਂ, ਮੈਂ ਗੱਲਾਂ ਕਰਦਿਆਂ ਸੁਣਿਆ ਤੇਰੇ ਦੋਤੇ ਬਾਰੇ ਕੋਈ ਗੱਲ ਕਰਨੀ ਹੈ ਗੁਰੂ ਅਮਰਦਾਸ ਜੀ ਨੇ। ਇੱਕਦਮ ਅੱਖਾਂ ਭਰ ਕੇ ਹੱਥ ਜੋੜ ਕੇ ਕਹਿੰਦੀ ਬਾਬਾ ਬੁੱਢਾ ਸਾਹਿਬ, ਮੇਰਾ ਦੋਤਰਾ ਬਿਨਾਂ ਮਾਂ ਪਿਓ ਤੋਂ ਪਲਿਆ, 2-2.5 ਸਾਲ ਦਾ ਸੀ ਜਿੱਦਣ ਮਾਂ ਗੁਜ਼ਰ ਗਈ, 7 ਸਾਲ ਦਾ ਨਹੀਂ ਸੀ ਹੋਇਆ ਜਿੱਦਣ ਪਿਓ ਗੁਜ਼ਰ ਗਏ। ਮੇਰਾ ਦੋਤਾ ਬਿਨਾਂ ਮਾਂ ਪਿਓ ਤੋਂ ਪਲਿਆ, ਕਿਤੇ ਸੇਵਾ ਕਰਦਿਆਂ ਕੋਈ ਗਲਤੀ ਤੇ ਨਹੀਂ ਹੋ ਗਈ ਮੇਰੇ ਦੋਤੇ ਤੋਂ? ਬਾਬੇ ਬੁੱਢੇ ਨੇ ਕਿਹਾ ਮੈਨੂੰ ਨਹੀਂ ਪਤਾ ਮਾਈ, ਪਰ ਤੈਨੂੰ ਗੁਰੂ ਅਮਰਦਾਸ ਸਾਹਿਬ ਨੇ ਹੁਣੇ ਬੁਲਾਇਆ। ਬੁੱਢੜੀ ਮਾਈ ਮਹਿਲੇ ਜਿਹੇ ਕੱਪੜੇ ਪਹਿਨੇ ਨੇ, ਆ ਗਈ ਗੁਰੂ ਦਰਬਾਰ 'ਚ, ਸਾਹਮਣੇ ਖਲੋ ਗਈ। ਸ਼੍ਰੀ ਗੁਰੂ ਅਮਰਦਾਸ ਮਹਾਰਾਜ ਬੋਲੇ, ਕਹਿਣਗੇ ਮਾਈ ਤੇਰੇ ਦੋਤੇ ਬਾਰੇ ਕੋਈ ਗੱਲ ਕਰਨੀ ਹੈ। ਇੱਕਦਮ ਰੋਣ ਲੱਗ ਪਈ, ਜੀ ਮੇਰਾ ਦੋਤਾ ਅਨਾਥ ਹੈ ਵਿਚਾਰਾ, ਤੁਹਾਡੀ ਛਤਰ ਛਾਇਆ ਹੇਠ ਪਲਿਆ। ਮਹਾਰਾਜ ਜੇ ਕੋਈ ਗਲਤੀ ਹੋਈ ਮੈਂ ਪਹਿਲਾਂ ਹੀ ਮਾਫੀ ਮੰਗਣੀ, ਜੇ ਕੋਈ ਗਲਤੀ ਹੋਈ ਮੇਰੇ ਦੋਤੇ ਤੋਂ ਮਾਫ ਕਰ ਦਿਓ। ਗੁਰੂ ਅਮਰਦਾਸ ਸਾਹਿਬ ਤਖਤ ਉੱਠ ਖਲੋਤੇ, ਕੋਲ ਜਾ ਕੇ ਕਿਹਾ ਮਾਈ ਤੇਰੇ ਦੋਤਰੇ ਤੋਂ ਗਲਤੀ ਕੋਈ ਨਹੀਂ ਹੋਈ, ਅਸੀਂ ਤੈਨੂੰ ਇਸ ਲਈ ਸੱਦਿਆ, ਤੇਰੇ ਦੋਤੇ ਨਾਲ ਅਸੀਂ ਆਪਣੀ ਧੀ ਭਾਨੀ ਦੀ ਸ਼ਾਦੀ ਕਰਨੀ ਚਾਹੁੰਦੇ, ਦੱਸ ਰਿਸ਼ਤਾ ਪ੍ਰਵਾਨ ਹੈ। ਸਾਰੀ ਸੰਗਤ ਵਿੱਚ ਮਾਈ ਰੋ ਪਈ ਉੱਚੀ ਦੇ। ਮਹਾਰਾਜ ਤੁਹਾਡੇ ਤੋਂ ਬਗੈਰ ਇੰਨਾ ਮਾਣ ਇੰਨਾ ਪਿਆਰ ਕੌਣ ਦੇ ਸਕਦਾ ਹੈ? ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਕਿਹਾ ਬਾਬਾ ਬੁੱਢਾ ਸਾਹਿਬ ਸਗਨ ਦਾ ਸਮਾਨ ਮੰਗਾਓ। ਉਸੇ ਵਕਤ ਸੰਗਤ ਵਿੱਚ ਬਿਠਾ ਕੇ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਬੁੱਕਾਂ ਭਰ ਕੇ ਸਗਨ ਪਾਇਆ ਗੁਰੂ ਰਾਮਦਾਸ ਸਾਹਿਬ ਦੀ ਝੋਲੀ। ਔਰ ਸਾਧ ਸੰਗਤ ਲੋਕੀ ਵੇਖਦੇ ਸੀ, ਉਹ ਜਿਹਨੂੰ ਲੋਕ ਜਤੀਮ ਅਨਾਥ ਘੁੰਗਣੀਆਂ ਵੇਚਣ ਵਾਲਾ ਕਹਿੰਦੇ ਸੀ, ਅੱਜ ਗੁਰੂ ਅਮਰਦਾਸ ਮਹਾਰਾਜ ਨੇ ਆਪਣਾ ਦਮਾਦ ਬਣਾ ਲਿਆ। ਕੱਲੀ ਸਾਧ ਸੰਗਤ ਫਿਰ ਰਿਸ਼ਤੇ ਵਾਲੀ ਗੱਲ ਨਹੀਂ, ਪੰਥ ਪ੍ਰਕਾਸ਼ ਵਿੱਚ ਲਿਖਿਆ ਕੱਲਾ ਨਾਤਾ ਨਹੀਂ ਰੱਖਿਆ ਗੁਰੂ ਰਾਮਦਾਸ ਸਾਹਿਬ ਨੇ, ਸੇਵਾ ਕੀਤੀ ਫਿਰ ਸਭ ਬਿਦ ਮੰਨਿਓ ਮਨ ਤਬ ਹੀ ਭਇਓ ਪ੍ਰਸੰਨ, ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ। ਜਿੱਦਣ ਗੁਰੂ ਰਾਮਦਾਸ ਸਾਹਿਬ ਨੂੰ ਤਖਤ ਦਿੱਤਾ ਉਦਣ ਸਤਿਗੁਰੂ ਪ੍ਰਤੱਖ ਹੁੰਦੇ ਬੈ ਰਾਜ ਆਪ ਟਿਕਾਇਆ, ਸਭ ਸਿੱਖ ਬੰਦੋ ਪੁੱਤ ਭਾਈ ਸਭ ਨੂੰ ਕਿਹਾ ਰਾਮਦਾਸ ਪੈਰੀ ਪਾਇਆ। ਉਦਣ ਸਾਧ ਸੰਗਤ ਵਡਿਆਈ ਫੈਲ ਗਈ ਦੂਰ ਤੱਕ। ਔਰ ਮਾਲਵੇ ਦੀ ਧਰਤੀ ਭਵਾਨੀਗੜ੍ਹ ਦੇ ਲਾਗਣੋਂ ਕੱਕੜਿਆਂ ਤੋਂ ਸੰਗਤ ਆਈ, ਇੱਕ ਬਜ਼ੁਰਗ ਨਾਲ ਆ ਗਿਆ। ਕੱਲ ਤੁਸੀਂ ਇਹ ਸਰਵਣ ਕੀਤਾ, 5 ਸਰੀਰ ਰਹਿੰਦੇ ਆ, ਉਹ ਬਜ਼ੁਰਗ ਮੂੰਹ ਕੱਢ ਕੇ ਵੇਖਣ ਲੱਗ ਪਿਆ। ਵੇਖਾਂ ਤਾਂ ਸਹੀ ਗੁਰੂ ਰਾਮਦਾਸ ਕਿੱਦਾਂ ਦੇ ਦਿਖਦੇ ਨੇ, ਚਿੱਟਾ ਦਸਤਾਰਾ ਬੰਨਿਆ, ਲੰਬਾ ਦਾੜ ਹੈ, ਤਖਤ ਸਿੰਘਾਸਣ ਤੇ ਬੈਠੇ ਨੇ। ਦੂਰੋਂ ਨਜ਼ਰ ਪੈ ਗਈ, ਸ਼੍ਰੀ ਗੁਰੂ ਰਾਮਦਾਸ ਮਹਾਰਾਜ ਨੂੰ ਵੇਖਦੇ। ਜਦੋਂ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਪੋਲੀ ਦੇਣੀ ਅੱਖਾਂ ਖੋਲ ਕੇ ਨੇਤਰ ਖੋਲ ਬਜ਼ੁਰਗ ਵੱਲ ਵੇਖਿਆ, ਅੱਖਾਂ ਮਿਲਣ ਦੀ ਦੇਰ ਸੀ, ਅੰਦਰ ਚਰਨਾਹਟ ਛਿੜ ਗਈ, ਵਿਰਾਗ ਨਾਲ ਰੋਣ ਲੱਗ ਪਿਆ। ਇੰਨੇ ਨੂੰ ਅੱਖਾਂ ਭਰੀਆਂ, ਉਹਦੀ ਵਾਰੀ ਵੀ ਆ ਗਈ ਮੱਥਾ ਟੇਕਣ ਦੀ। ਜਦੋਂ ਉਹਨੇ ਮੱਥਾ ਟੇਕਿਆ ਨਾ, ਇਹ ਸੱਚ ਜਾਣਿਓ, ਜਦੋਂ ਬੰਦਗੀ ਵਾਲੇ ਨਾਲ ਨਜ਼ਰ ਮਿਲਦੀ ਹੈ, ਤੁਸੀਂ ਬਾਹਰੀ ਤੌਰ ਤੇ ਵੇਖਿਓ, ਉਹਦੇ ਅੰਦਰ ਬੰਦਗੀ ਦੀ ਚਰਨਾਹਟ ਛਿੜ ਜਾਏਗੀ। ਇਹ ਤਾਂ ਮੇਰਾ ਧੰਨ ਗੁਰੂ ਰਾਮਦਾਸ ਸੱਚਾ ਪਾਤਸ਼ਾਹ ਸੀ, ਜਿਹਦੇ ਨਾਲ ਨਜ਼ਰ ਮਿਲੀ ਤੇ ਉਹ ਬਜ਼ੁਰਗ ਦਾ ਪਾਰ ਉਤਾਰਾ ਹੋ ਗਿਆ। ਮੱਥਾ ਟੇਕਿਆ ਉਹਨੇ, ਤੁਰਨ ਲੱਗਾ ਤੇ ਪਾਤਸ਼ਾਹ ਕਹਿੰਦੇ ਬਜ਼ੁਰਗੋ ਕਿੱਥੋਂ ਆਏ ਹੋ? ਜੀ ਮੈਂ ਕਾਕੜਿਓਂ ਆਇਆ, ਮਾਲਵੇ ਤੋਂ ਆਇਆ। ਹਜ਼ੂਰ ਬੋਲੇ ਕੁਝ ਮੰਗ ਲੈਣਾ ਸੀ? ਫਿਰ ਮਾਰੇ ਕੁਝ ਨਹੀਂ ਚਾਹੀਦਾ। ਕਹਿਣਗੇ ਬਜ਼ੁਰਗਾ ਸੋਚ ਲਾ, ਜੇ ਕੁਝ ਚਾਹੀਦਾ ਮੰਗ। ਹੱਥ ਜੋੜ ਕੇ ਕਿਹਾ ਮਹਾਰਾਜ ਬਸ ਕੁਝ ਨਹੀਂ ਚਾਹੀਦਾ। ਤੀਜੀ ਵਾਰ ਹਜ਼ੂਰ ਬੋਲੇ ਬਜ਼ੁਰਗਾ ਕੁਝ ਚਾਹੀਦਾ ਤੇ ਮੰਗ ਲੈਣਾ ਸੀ। ਫਿਰ ਕਦਮ ਰੁਕ ਗਏ, ਅੰਦਰ ਫੁਰਨਾ ਆਇਆ,
ਹੱਥ ਜੋੜ ਕੇ ਕਿਹਾ, ਪਾਤਸ਼ਾਹ ਜੇ ਫਿਰ ਤੁਸੀਂ ਕਹਿੰਦੇ ਹੋ ਹੁਣੇ ਹੀ ਮਨ 'ਚ ਫੁਰਨਾ ਆਇਆ ਮੈਂ ਮੰਗਲਾਂ, ਮਹਾਰਾਜ ਫਿਰ ਇੱਕ ਚੀਜ਼ ਚਾਹੀਦੀ ਹੈ, ਹੇ ਗੁਰੂ ਰਾਮਦਾਸ ਮੇਰੇ ਘਰ ਵਿੱਚ ਚਰਨ ਪਾ ਸਕਦੇ ਹੋ ਤੁਸੀਂ? ਦੇਖੋ ਗੁਰੂ ਰਾਮਦਾਸ ਮਹਾਰਾਜ ਨੂੰ ਮੰਗਿਆ, ਫਿਰ ਮਹਾਰਾਜ ਤੁਸੀਂ ਮੇਰੇ ਘਰ 'ਚ ਚਰਨ ਪਾ ਸਕਦੇ ਹੋ? ਸ੍ਰੀ ਗੁਰੂ ਰਾਮਦਾਸ ਮਹਾਰਾਜ ਸੁਣ ਕੇ ਇੱਕਦਮ ਚੁੱਪ ਹੋ ਗਏ। ਬਜ਼ੁਰਗ ਉੱਥੇ ਖਲੋਤਾ ਰਿਹਾ, ਲੰਬੀ ਕਤਾਰ ਲੱਗੀ ਰਹਿ ਗਈ। ਭਾਈ ਸੰਤੋਖ ਸਿੰਘ ਲਿਖਦੇ, ਇੱਕ ਘੜੀ ਤਬ ਤੁਸ਼ਨ ਰਹਿਓ ਗੁਰੂ ਰਾਮਦਾਸ ਤਬ ਮੁਖ ਤੇ ਕਹਿਓ। ਇੱਕ ਘੜੀ ਚੁੱਪ, ਹਜ਼ੂਰ ਨੇਤਰ ਬੰਦ ਕਰਕੇ ਚੁੱਪ ਰਹੇ। ਇੱਕ ਘੜੀ ਬਾਅਦ ਫਿਰ ਗੁਰੂ ਰਾਮਦਾਸ ਸਾਹਿਬ ਨੇ ਅੱਖਾਂ ਖੋਲੀਆਂ। ਧੰਨ ਗੁਰੂ ਰਾਮਦਾਸ ਬੋਲੇ, ਮੁਸਕਰਾ ਕੇ ਬੋਲੇ, ਬਜ਼ੁਰਗਾ ਆਵਾਂਗੇ ਤੇਰੇ ਘਰ, ਚਰਨ ਵੀ ਪਾਵਾਂਗੇ ਤੇਰੇ ਘਰ, ਉਹ ਤੇਰੇ ਘਰ ਰਾਤਾਂ ਵੀ ਰਵਾਂਗੇ, ਭੋਜਨ ਵੀ ਛਕਾਂਗੇ। ਜਦੋਂ ਇੰਨੀ ਗੱਲ ਕਹੀ ਨਾ, ਅੱਗੋਂ ਬਜ਼ੁਰਗ ਬੋਲੇ, ਮਹਾਰਾਜ ਜਦੋਂ ਆਓਗੇ ਕਿੰਨੇ ਕੁ ਬੰਦੇ ਹੋਣਗੇ ਤੁਹਾਡੇ ਨਾਲ? ਪਾਤਸ਼ਾਹ ਮੁਸਕਰਾ ਪਏ, ਕਹਿਣ ਲੱਗੇ 40 ਕੁ ਤਾਂ ਹੋਣਗੇ, 30-40 ਤਾਂ ਹੋਣਗੇ ਭਾਈ। ਉਹ ਬਜ਼ੁਰਗ ਕਹਿੰਦਾ, ਜੀ ਮੈਂ ਗਰੀਬ ਬੜਾ, ਮੈਂ ਤੁਹਾਨੂੰ ਕੱਲਿਆਂ ਨੂੰ ਪ੍ਰਸ਼ਾਦਾ ਛਕਾ ਸਕਣਾ, 40 ਬੰਦਿਆਂ ਦਾ ਪ੍ਰਸ਼ਾਦਾ ਨਹੀਂ ਜੇ ਮੇਰੇ ਤੋਂ ਹੋਣਾ। ਮਹਾਰਾਜ ਮੈਂ ਘਰੋਂ ਗਰੀਬ ਬੜਾ, ਮੇਰੇ ਘਰ ਰੋਟੀ ਮਸਾਂ ਜੀਆਂ ਦੀ ਪੱਕਦੀ ਹੈ, ਪਾਤਸ਼ਾਹ ਮੈਂ ਤੁਹਾਨੂੰ ਛਕਾ ਸਕਣਾ, ਪਰ ਤੁਹਾਡੇ 40 ਬੰਦਿਆਂ ਦਾ ਪ੍ਰਸ਼ਾਦਾ ਕਿਵੇਂ ਛਕਾਵਾਂਗਾ? ਮੈਂ ਘਰੋਂ ਗਰੀਬ ਬੜਾ, ਮੇਰੇ ਘਰ ਵਿੱਚ ਗੋਡੇ ਗੋਡੇ ਗਰੀਬੀ ਹੈ। ਸ੍ਰੀ ਗੁਰੂ ਰਾਮਦਾਸ ਮਹਾਰਾਜ ਮੁਸਕਰਾ ਪਏ, ਕਹਿੰਦੇ ਬਜ਼ੁਰਗਾ ਅੱਜ ਤੇਰੇ ਘਰ ਵਿੱਚ ਗੋਡੇ ਗੋਡੇ ਗਰੀਬੀ ਹੈ, ਜਦੋਂ ਅਸੀਂ ਚਰਨ ਪਾਵਾਂਗੇ ਉਦੋਂ ਗਰੀਬੀ ਨਹੀਂ ਰਹੇਗੀ, ਮੋਢੇ ਮੋਢੇ ਅਮੀਰੀ ਹੋ ਜਾਏਗੀ। ਉਦੋਂ ਤੇਰੇ ਘਰ 'ਚ ਮੋਢੇ ਮੋਢੇ ਅਮੀਰੀ ਹੋਏਗੀ। ਹੱਥ ਜੋੜ ਕੇ ਕਿਹਾ, ਜੀ ਕਦੋਂ ਆਉਂਗੇ? ਧੰਨ ਗੁਰੂ ਰਾਮਦਾਸ ਮਹਾਰਾਜ ਬੋਲੇ, ਨਾ ਸਰੀਰ ਵਿੱਚ ਅਸੀਂ ਹੋਵਾਂਗੇ, ਨਾ ਸਰੀਰ ਵਿੱਚ ਤੂੰ ਹੋਏਗਾ, ਪਰ ਤੇਰੇ ਘਰ ਵਿੱਚ ਚਰਨ ਪੈਣਗੇ। ਪਾਤਸ਼ਾਹ ਨੇ ਕਿਹਾ, ਵਕਤ ਆਏਗਾ ਅਸੀਂ ਆਵਾਂਗੇ। ਇਤਿਹਾਸ ਕਹਿੰਦਾ 9ਵੇਂ ਜਾਮੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੇ ਚਰਨ ਪਾਏ। ਉਸ ਬਜ਼ੁਰਗ ਦੇ ਉਦੋਂ ਤੱਕ ਪੁੱਤ ਪੋਤੇ ਜਿਹੜੇ ਪੜਪੋਤੇ ਸਨ, ਉਹ ਲੱਖਾਂ ਕਰੋੜਾਂ ਦੀ ਜਾਇਦਾਦ ਦੇ ਸ਼ਾਹੂਕਾਰ ਬਣ ਗਏ। ਲੋਕੀ ਉਹਨਾਂ ਕੋਲੋਂ ਕਰਜ਼ਾ ਲੈ ਕੇ ਘਰ ਗੁਜ਼ਾਰਾ ਕਰਦੇ ਸੀ। ਉਹ ਬੰਦੇ ਇੰਨੇ ਅਮੀਰ ਹੋ ਗਏ, ਲੋਕ ਸੇਠ ਤੇ ਦੀਵਾਨ ਕਹਿਣ ਲੱਗ ਪਏ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੇ ਚਰਨ ਪਾਏ ਨਾ, ਪਾਤਸ਼ਾਹ ਰਾਤ ਵੀ ਰਹੇ ਉਹਨਾਂ ਦੇ ਘਰ, 40 ਸਿੱਖਾਂ ਸਮੇਤ ਗਏ। ਉਹਨੇ ਰੱਜ ਭੋਜਨ ਛਕਾਇਆ ਸਿੱਖ ਸੰਗਤ ਨੂੰ। ਫਿਰ ਉਹ ਘਰ ਦੇ ਮਾਲਕ ਨੇ, ਜਿਹੜਾ ਸੇਠ ਹੈ, ਉਹਨੇ ਇੱਕ ਪਰਾਤ ਭਰ ਕੇ ਮੋਹਰਾਂ ਦੀ ਮੋਹਰੇ ਰੱਖੀ। ਗੁਰੂ ਤੇਗ ਬਹਾਦਰ ਸਾਹਿਬ ਨੇ ਹੱਥ ਨਾਲ ਪਰੇ ਕਰ ਦਿੱਤੀ, ਨਹੀਂ ਲੈਣੇ ਭਾਈ। ਕਹਿੰਦੇ ਮਹਾਰਾਜ ਤੁਹਾਡਾ ਹੀ ਦਿੱਤਾ ਹੈ, ਸਾਡੇ ਪਿਤਾ ਦਾਦੇ ਪੜਦਾਦਿਆਂ ਨੂੰ ਗੁਰੂ ਰਾਮਦਾਸ ਸਾਹਿਬ ਨੇ ਨਵਾਜਿਆ। ਸਾਡੇ ਘਰ ਤਾਂ ਰੋਟੀ ਨਹੀਂ ਸੀ ਪੱਕਦੀ ਦਾਤਿਆ, ਪਰਾਤ ਵਿੱਚ ਆਟਾ ਨਹੀਂ ਸੀ ਹੁੰਦਾ, ਜੋ ਪਰਾਤਾਂ ਮੋਹਰਾਂ ਨਾਲ ਭਰੀਆਂ ਨੇ, ਇਹ ਸਭ ਕੁਝ ਗੁਰੂ ਰਾਮਦਾਸ ਸਾਹਿਬ ਨੇ ਦਿੱਤਾ। ਮਹਾਰਾਜ ਨਾ ਕਿਉਂ ਕੀਤੀ ਹੈ? ਗੁਰੂ ਤੇਗ ਬਹਾਦਰ ਮਹਾਰਾਜ ਬੋਲੇ, ਪਰਾਤ ਮੋਹਰਾਂ ਦੀ ਨਹੀਂ ਲੈਣੀ, ਰਹਿਣ ਦੇ, ਤੇਰੇ ਕੋਲੋਂ ਤਾਂ ਗੱਡਾ ਭਰ ਕੇ ਮੋਹਰਾਂ ਦਾ ਲੈਣਾ। ਉਹਨੇ ਕਿਹਾ, ਪਾਤਸ਼ਾਹ ਇੱਕ ਦਿਨ ਦਾ ਵਕਤ ਦੇ ਦਿਓ, ਫਿਰ ਘਰ ਵੇਚ ਦਾਂਗਾ, ਹਵੇਲੀ ਵੇਚ ਦਾਂਗਾ, ਜ਼ਮੀਨ ਵੇਚ ਦਾਂਗਾ। ਜੇ ਗੱਡਾ ਤੁਸੀਂ ਕਿਹਾ, ਮੈਂ ਗੱਡਾ ਭਰ ਕੇ ਹੀ ਮੋਹਰਾਂ ਦਾ ਦਵਾਂਗਾ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਬੋਲੇ, ਰਹਿਣ ਦੇ ਦੀਵਾਨ, ਇੱਕ ਦਿਨ ਵਕਤ ਆਉਣਾ ਤੇ ਤੋਂ ਗੱਡਾ ਭਰ ਕੇ ਮੋਹਰਾਂ ਦਾ ਲਵਾਂਗੇ। ਜਿੱਦਣ ਸਾਡੇ ਪੋਤਿਆਂ ਦੇ ਸੰਸਕਾਰ ਵਾਸਤੇ ਜਗ੍ਹਾ ਨਹੀਂ ਮਿਲੇਗੀ, ਤੂੰ ਗੱਡਾ ਭਰ ਕੇ ਮੋਹਰਾਂ ਦਾ ਲਿਆਏਗਾ। ਛੋਟੇ ਸਾਹਿਬਜ਼ਾਦਿਆਂ ਨੇ, ਸਾਧ ਸੰਗਤ, ਛੋਟੇ ਸਾਹਿਬਜ਼ਾਦਿਆਂ ਦੇ ਸੰਸਕਾਰ ਦੀ ਜਗ੍ਹਾ ਖਰੀਦਣ ਵਾਲਾ ਉਸੇ ਬਜ਼ੁਰਗ ਦਾ ਪੜਪੋਤਾ ਜਿਹਨੂੰ ਦੀਵਾਨ ਟੋਡਰਮਲ ਕਹਿੰਦੇ ਨੇ। ਉਹਨੇ ਵਾਕਿਆ ਘਰ-ਬਾਰ ਵੇਚ ਕੇ ਗੱਡਾ ਭਰ ਕੇ ਮੋਹਰਾਂ ਦਾ ਲਿਆ ਕੇ ਜਗ੍ਹਾ ਖਰੀਦੀ। ਅੱਜ ਪੂਰੇ ਵਰਲਡ ਵਿੱਚੋਂ ਸਭ ਤੋਂ ਅਮੀਰ ਜਗ੍ਹਾ ਹੈ ਉਹ। ਇੱਕ ਵਾਰ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਦਾ ਧਿਆਨ ਧਰ ਕੇ ਕਹੋ, ਬੈਠਾ ਸੋਢੀ ਪਾਤਸ਼ਾਹ, ਬੈਠਾ ਸੋਢੀ ਪਾਤਸ਼ਾਹ, ਬੈਠਾ ਸੋਢੀ ਪਾਤਸ਼ਾਹ, ਬੈਠਾ ਸੋਢੀ ਪਾਤਸ਼ਾਹ। ਰਾਮਦਾਸ ਸਤਿਗੁਰੂ ਕਹਾਵੇ, ਬੈਠਾ ਸੋਢੀ ਪਾਤਸ਼ਾਹ, ਬੈਠਾ ਸੋਢੀ ਪਾਤਸ਼ਾਹ। ਰਾਮਦਾਸ ਸਤਿਗੁਰੂ ਕਹਾਵੇ,